ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਡਾਕਟਰ ਸਾਹਿਬ ਦਾ। ਉਹਨਾਂ ਨੇ ਮੇਰੇ ਬਾਰੇ ਕਾਫੀ ਵੱਧ ਕਹਿ ਦਿੱਤਾ ਹੈ। ਮੈਂ ਆਪਣੀ ਜਾਣਕਾਰੀ 'ਚ ਇੱਕੋ ਹੀ ਗੱਲ ਕਹਿਣੀ ਚਾਹੂੰਗਾ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਸਿੱਖਿਆਰਥੀ ਰਿਹਾ। ਕੋਸ਼ਿਸ਼ ਹੈ ਕਿ ਸਿੱਖਦਾ ਰਹਾਂ। ਗੁਰੂ ਦੇ ਸ਼ਬਦ ਤੋਂ ਸੇਧ ਲੈ ਕੇ ਵਿਦਵਾਨਾਂ ਤੋਂ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਉਸ ਵਿੱਚ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜਾ ਗਿਆਨ ਹੈ ਉਹ ਗ੍ਰਹਿਣ ਕੀਤਾ ਜਾਵੇ ਤੇ ਸੱਚਾਈ ਦੇ ਨੇੜੇ ਜਾਣ ਦੀ ਕੋਸ਼ਿਸ਼ ਹੁੰਦੀ ਹੈ। ਕਿਉਂਕਿ ਗੁਰਮਤਿ ਦਾ ਵਿਸ਼ਾ ਬਹੁਤ ਜ਼ਿਆਦਾ ਵਿਸ਼ਾਲ ਹੈ। ਗੁਰਬਾਣੀ ਜਾਂ ਇਤਿਹਾਸ ਹੈ ਜਿਹੜਾ ਉਸ ਨੂੰ ਸਮਝਣਾ ਕੋਈ ਇੰਨਾ ਸੌਖਾ ਨਹੀਂ ਹੈਗਾ। ਇਸ ਕਰਕੇ ਜਿਹੜਾ ਅਸੀਂ ਹੁਣ ਟੌਪਿਕ ਲੈ ਰਹੇ ਹਾਂ ਇਸ ਦੇ ਬਾਰੇ ਵੀ ਇਹਨੂੰ ਲਾਸ ਨਹੀਂ ਮੰਨਣਾ ਹੈਗਾ। ਬੇਨਤੀ ਇੱਕੋ ਹੀ ਹੈ ਕਿ ਇਸ ਦੇ ਵਿੱਚੋਂ ਜਿਹੜੇ ਗਲਤ ਸ਼ਬਦ ਹਨ ਜਾਂ ਜਿਹੜੇ ਨੈਗੇਟਿਵ ਪੁਆਇੰਟਸ ਨੇ ਉਹ ਜ਼ਰੂਰ ਮੈਨੂੰ ਦੱਸਣੇ, ਗਲਤੀਆਂ ਨੇ ਜਿਹੜੀਆਂ, ਕਿਉਂਕਿ ਜਿਸ ਤਰ੍ਹਾਂ ਆਪਾਂ ਇਤਿਹਾਸ ਵਿੱਚ ਵੀ ਕਈ ਵਾਰੀ ਮਿਥਿਹਾਸ ਰਹਿ ਜਾਂਦਾ ਹੈ। ਕੁਛ ਵੀ ਜੋ ਕੁਛ ਵੀ ਅਸੀਂ ਗੱਲ ਕਰਦੇ ਹਾਂ ਦੂਜੇ ਹੋਰ ਸੋਰਸਿਸ ਤੋਂ ਹੀ ਲੈ ਕੇ, ਜਿਸ ਤਰ੍ਹਾਂ ਢੰਗ ਨਾਲ ਅਸੀਂ ਕਿਤਾਬਾਂ ਰਾਹੀਂ ਜਾਂ ਹੋਰ ਵਸੀਲਿਆਂ ਰਾਹੀਂ ਸਾਡੇ ਕੋਲ ਗਿਆਨ ਆਉਂਦਾ, ਉਸ ਦੇ ਆਧਾਰ ਤੇ ਗੱਲ ਕਰਦੇ ਹਾਂ। ਸੋ ਇਹ ਸਾਡਾ ਜਿਹੜਾ ਵਿਸ਼ਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਦਰਵੇਸ਼ੀ ਰੂਪ। ਇਸ ਦੇ ਬਾਰੇ ਇਹੀ ਜਿਹੜੀ ਲੇਖ ਹੈ, ਇਸ ਜਿਹੜੀ ਕਿਤਾਬ ਦਾ ਜ਼ਿਕਰ ਕੀਤਾ ਹੈ, ਕੀਤੋ ਸਪਨਾ ਪੰਥ ਨਿਰਾਲਾ, ਉਸ ਕਿਤਾਬ ਦੇ ਵਿੱਚ ਵੀ ਇਹ ਲੇਖ ਸ਼ਾਮਲ ਹੈ। ਲੇਕਿਨ ਹੁਣ ਅੱਜ ਜਦੋਂ ਟਾਕ ਦੇ ਬਾਰੇ ਪਤਾ ਲੱਗਿਆ ਸੀ ਤਾਂ ਮੈਂ ਕੁਛ ਇਸ ਦੇ ਵਿੱਚ ਹੋਰ ਐਡੀਸ਼ਨਸ ਨੇ ਜਿਹੜੀਆਂ ਉਹ ਕਰ ਰਹੀਆਂ ਨੇ। ਸੋ ਇਜਾਜ਼ਤ ਹੋਵੇ ਤਾਂ ਮੈਂ ਸ਼ੁਰੂ ਕਰਾਂ ਤੇ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਕਿ ਇਸ ਦੇ ਵਿੱਚੋਂ ਜਿਹੜੀਆਂ ਵੀ ਗਲਤੀਆਂ ਨੇ ਉਹ ਮੈਨੂੰ ਜ਼ਰੂਰ ਦੱਸਣੀਆਂ ਨੇ ਤਾਂ ਕਿ ਆਪਾਂ ਹੋਰ ਵੱਧ ਸਿੱਖ ਸਕੀਏ ਜੀ। ਸੋ ਪੇਸ਼ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਵੇਸ਼ੀ ਰੂਪ। ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਤਰ੍ਹਾਂ ਮਨੁੱਖਤਾ ਦੇ ਇਤਿਹਾਸ ਵਿੱਚ ਜ਼ਾਹਰਾ ਅਤੇ ਵਾਤਨੀ ਰੂਪ ਵਿੱਚ ਇੱਕ ਵਿਲੱਖਣ ਇਨਕਲਾਬ ਲਿਆਂਦਾ, ਉਸ ਦੀ ਮਿਸਾਲ ਸੰਸਾਰ ਵਿੱਚ ਮਿਲਣੀ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੀ ਹੈ। ਜਦੋਂ ਵੀ ਕਦੇ ਉਹਨਾਂ ਦਾ ਨਾਂ ਅਤੇ ਤਸਵੀਰ ਅੱਖਾਂ ਅੱਗੇ ਆਉਂਦੀ ਹੈ ਤਾਂ ਇੱਕ ਤੇਜਸਵੀ ਤੇ ਜਲਾਲ ਭਰਿਆ ਸ਼ਹਿਨਸ਼ਾਹ, ਜ਼ੁਲਮ ਦੇ ਖੇਤਰ ਵਿੱਚ ਤਰਥੱਲੀ ਪਾਉਣ ਵਾਲਾ ਯੋਧਾ, ਨੀਤੀਵਾਨ, ਮਹਾਨ ਪ੍ਰਬੰਧਕ ਅਤੇ ਸੂਰਵੀਰ ਦਾ ਸੰਕਲਪ ਸਾਡੇ ਜ਼ਿਹਨ ਵਿੱਚ ਉਤਰਦਾ ਹੈ। ਪਰ ਉਹਨਾਂ ਦੇ ਇਸ ਜਲਾਉ ਅਤੇ ਲਾਲੀ ਭਰੇ ਨੈਣਾਂ ਦੇ ਤੇਜ ਪਿੱਛੇ ਉਹਨਾਂ ਦਾ ਪ੍ਰਭੂ ਪ੍ਰੇਮ ਵਿੱਚ ਰਤਿਆ ਅਤੇ ਰਹਿਮ ਭਰਿਆ ਦਿਲ, ਕੋਮਲ ਅਤੇ ਸੂਖਮ ਹਿਰਦਾ, ਕਾਵਮਈ ਸੰਗੀਤ ਵਿੱਚ ਡੁੱਬੀ ਹੋਈ ਉਹਨਾਂ ਦੀ ਰੂਹ ਸੂਖਮ ਹੋਣ ਕਰਕੇ ਇੱਕਦਮ ਨਜ਼ਰ ਨਹੀਂ ਆਉਂਦੀ। ਜਿਵੇਂ ਕਿਸੇ ਵ੍ਰਿਸ਼ ਦੀ ਜੜ ਸਾਨੂੰ ਨਜ਼ਰ ਤਾਂ ਨਹੀਂ ਆਉਂਦੀ, ਪਰ ਉਸ ਵ੍ਰਿਸ਼ ਦੇ ਨਜ਼ਰ ਆਉਂਦੇ ਤਣੇ, ਟਾਹਣ, ਪੱਤੇ, ਫੁੱਲ ਅਤੇ ਫਲ ਸਾਰਿਆਂ ਦੀ ਹੋਂਦ ਇਸ ਜੜ ਕਰਕੇ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਸੰਤ ਰੂਪ, ਦਰਵੇਸ਼ ਰੂਪ, ਗੁਰੂ ਰੂਪ, ਭਗਤ ਰੂਪ, ਗਿਆਨ ਅਤੇ ਪ੍ਰੇਮ ਵਾਲਾ ਰੂਪ ਉਹ ਜੜ ਹੈ ਜਿਸ ਨੇ ਉਹਨਾਂ ਦੇ ਸਾਰੇ ਜੀਵਨ ਦੀਆਂ ਟਾਹਣੀਆਂ, ਪੱਤਿਆਂ, ਫੁੱਲਾਂ ਅਤੇ ਫਲਾਂ ਨੂੰ ਪਾਲਿਆ ਤੇ ਵਿਕਸਿਤ ਕੀਤਾ ਹੈ। ਇਸ ਲੇਖ ਵਿੱਚ ਅਸੀਂ ਉਹਨਾਂ ਦੇ ਇਸ ਸੂਖਮ ਅਤੇ ਅਦ੍ਰਿਸ਼ ਰੂਪ ਦੇ ਦਰਸ਼ਨ ਕਰਨ ਦਾ ਯਤਨ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਨੂੰ ਸੰਤ, ਸਿਪਾਹੀ ਅਤੇ ਬਾਦਸ਼ਾਹ ਦਰਵੇਸ਼ ਆਖ ਕੇ ਸਤਿਕਾਰ ਦਿੱਤਾ ਜਾਂਦਾ ਹੈ। ਅਸੀਂ ਸੰਤ ਅਤੇ ਦਰਵੇਸ਼ ਸ਼ਬਦ ਤੇ ਕੇਂਦਰਿਤ ਹੋਵਾਂਗੇ। ਪ੍ਰਸਿੱਧ ਵਿਦਵਾਨ ਸੁਕਰਾਤ ਨੇ ਇੱਕ ਵਾਰੀ ਕਿਹਾ ਸੀ, ਬਿਫੋਰ ਡਿਸਕਸਿੰਗ ਇਟ ਇਜ਼ ਨੈਸੈਸਰੀ ਟੂ ਡਿਫਾਈਨ ਯੂਰ ਟਰਮਸ। ਜਿਸ ਗੱਲ ਬਾਰੇ ਵੀ ਅਸੀਂ ਗੱਲ ਡਿਸਕਸ਼ਨ ਕਰਨੀ ਹੈ ਪਹਿਲਾਂ ਉਸ ਦੀ ਡੈਫੀਨੇਸ਼ਨ ਜਿਹੜੀ ਦੇ ਲੈਣੀ ਚਾਹੀਦੀ ਹੈ। ਸੋ ਅਸੀਂ ਸੰਤ ਤੇ ਦਰਵੇਸ਼ ਦੀ ਪਰਿਭਾਸ਼ਾ ਜਿਹੜੀ ਉਹ ਦੇਖਾਂਗੇ। ਸਭ ਤੋਂ ਪਹਿਲਾਂ ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਸੰਤ ਦੇ ਅਰਥ ਕਰਦੇ ਨੇ, ਸੰਤ ਸ਼ਾਂਤ, ਮਨ ਇੰਦਰੀਆਂ ਨੂੰ ਜਿਸਨੇ ਟਿਕਾਇਆ ਹੈ, ਸ਼ਾਂਤ ਆਤਮਾ, ਸੰਤ ਕੇ ਉੱਪਰ ਦੇ ਪ੍ਰਭਾਤ। ਇੱਕ ਅਰਥ ਉਹਨਾਂ ਨੇ ਕੀਤਾ ਹੈ ਵਿਦਵਾਨ ਜਾਂ ਪੰਡਿਤ, ਔਰ ਇੱਕ ਅਰਥ ਉਹਨਾਂ ਨੇ ਕੀਤਾ ਹੈ ਸ੍ਰੇਸ਼ਟ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਗੁਰਬਾਣੀ ਅਨੁਸਾਰ ਸੰਤ ਕੌਣ ਹੈ? ਕੁਛ ਕੁ ਹਵਾਲੇ ਆਪਾਂ ਗੁਰਬਾਣੀ ਵਿੱਚੋਂ ਲੈਂਦੇ ਹਾਂ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਜਿਸ ਕੋ ਹਰ ਪ੍ਰਭ ਮੰਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਹਮਰੋ ਭਰਤਾ ਵੱਡੋ ਵਿਵੇਕੀ, ਆਪੇ ਸੰਤ ਕਹਾਵੈ, ਉਹ ਹਮਾਰੇ ਮਾਥੈ ਕਾਇਮ, ਔਰ ਹਮਰੇ ਨਿਕਟ ਨਾ ਆਵੈ। ਮੈਂ ਇਹਨਾਂ ਪੰਕਤੀਆਂ ਦੇ ਅਰਥ ਨਹੀਂ ਕਰ ਰਿਹਾ, ਸਾਰੇ ਵਿਦਵਾਨ ਸੱਜਣ ਬੈਠੇ ਨੇ। ਮੇਰੀ ਕੋਸ਼ਿਸ਼ ਹੈ ਕਿ ਸੰਤ ਸ਼ਬਦ ਨੂੰ ਗੁਰਬਾਣੀ ਵਿੱਚ ਕਿਸ ਤਰ੍ਹਾਂ ਵਿਆਖਿਆ ਕੀਤੀ ਹੈ
सिर्फ वो दो चार कोटेशन करके आप गल लगे चलांगे। सोई संत जे भावै राम, संत गोविंद के एक काम। आठ पहर निकट कर जानै, प्रभु का किया मीठा मानै। एक नाम संतन आधार, होए रहे सबकी पगशार। संत रहत सुनो मेरे भाई, वाकी महिमा कथना न जाई। वर्तन जाकै केवल नाम, आनंद रूप कीर्तन विश्राम। मित्र सत्र जाकै एक समानै, प्रभ अपने बिन अवर न जानै। कोट कोट अग काटन हारा, दुख दूर करन जिय के दातारा। सूर वीर वचन के बली, कौला बपरी संति शली। ताका संग वाछै सुरदेव, अमोघ दर्श सफल जा की सेव। कर जोड़ नानक करे अरदास, मोहे संत टहल दीजै गुणतास। आसा महला पंजवां। उपरोक्त हवालियां अनुसार संत ਉਹ ਪੁਰਖ ਹੈ ਜੋ ਪ੍ਰਭੂ ਨਾਲ ਇਕਮਿਕ ਹੈ, ਪ੍ਰਭੂ ਦੇ ਪਿਆਰ ਵਿੱਚ ਰਤਿਆ ਹੈ, ਪ੍ਰਭੂ ਦੀ ਕਿਰਪਾ ਦਾ ਪਾਤਰ ਹੈ, ਮੋਹ ਮਾਇਆ ਤੋਂ ਪਰੇ ਹੈ, ਵਿਵੇਕੀ ਹੈ, ਸਮ ਦ੍ਰਿਸ਼ਟੀ ਰੱਖਦਾ ਹੈ, ਬਚਨ ਦਾ ਸੂਰਾ ਹੈ। ਜਿਸ ਬਾਹਰਲੀ ਸੂਰਤ ਨੂੰ ਅਸੀਂ ਸੰਤ ਸਮਝ ਬੈਠਦੇ ਹਾਂ, ਜਿਹਦੇ ਵਿੱਚ ਲੰਮਾ ਚੋਲਾ, ਗੋਲ ਪੱਗ, ਹੱਥੀਂ ਮਾਲਾ, ਪੈਰੀਂ ਖੜਾਵਾਂ ਆਦਿ ਆਦਿ, ਭਗਤ ਕਬੀਰ ਜੀ ਸਪਸ਼ਟ ਕਰਦੇ ਨੇ ਕਿ ਇਹਨਾਂ ਨੂੰ ਸੰਤ ਨਾ ਸਮਝ ਬੈਠਣਾ, ਜਿਹੜੇ ਅੰਦਰੂਨੀ ਤੌਰ ਤੇ ਸ਼ੁੱਧ ਨਹੀਂ ਸਗੋਂ ਦੁਨਿਆਵੀ ਖਿੱਚਾਂ ਤੋਂ ਇਹ ਆਜ਼ਾਦ ਨਹੀਂ ਹੋਏ। ਭਗਤ ਕਬੀਰ ਜੀ ਕਹਿੰਦੇ ਨੇ, ਗਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤਗ। ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਵਗ। ਹੋਏ ਹਰ ਕੇ ਸੰਤ ਨਾ ਆਖੀਏ, ਬਾਨਾਰਸ ਕੇ ਠੱਗ। ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਰਾਜਿਆਂ ਵਾਲਾ ਲਿਬਾਸ ਦੇਖ ਕੇ ਅਤੇ ਜੰਗੀ ਜਰਨੈਲ ਵਾਲਾ ਜਲੌ ਦੇਖ ਕੇ ਹੀ ਅਸੀਂ ਉਹਨਾਂ ਬਾਰੇ ਕੋਈ ਵਿਚਾਰ ਨਹੀਂ ਬਣਾ ਲੈਣਾ, ਉਹਨਾਂ ਦੇ ਅੰਦਰੂਨੀ ਗੁਣਾਂ ਨੂੰ ਦੇਖਣਾ ਬਹੁਤ ਜ਼ਰੂਰੀ ਹੈ। ਦੂਸਰਾ ਸ਼ਬਦ ਜੋ ਗੁਰੂ ਸਾਹਿਬ ਲਈ ਵਰਤਿਆ ਜਾਂਦਾ ਹੈ, ਦਰਵੇਸ਼। ਸੋ ਮਹਾਨ ਕੋਸ਼ ਵਿੱਚ ਦਰਵੇਸ਼ ਦਾ ਜਿਹੜੇ ਅਰਥ ਨੇ ਕੀਤੇ ਨੇ, ਫਕੀਰ, ਨਿਰਧਨ, ਕੰਗਾਲ ਜਾਂ ਸਾਧੂ ਤੇ ਪੂਰਨ ਤਿਆਗੀ। ਤੇ ਇੱਕ ਝਲਕੀ ਗੁਰਬਾਣੀ ਵਿੱਚੋਂ ਹੀ ਦਰਵੇਸ਼ ਸ਼ਬਦ ਦੀ ਵੀ ਅਸੀਂ ਥੋੜੀ ਜਿਹੀ ਗੱਲ ਕਰੀਏ ਕਿ ਗੁਰਬਾਣੀ ਵਿੱਚ ਦਰਵੇਸ਼ ਕਿਸ ਨੂੰ ਕਹੇ। ਸਾਧ ਸਹਿਜ ਸੁਖ ਰਸ ਕਸ ਤਜੀਲੇ, ਕਾਪੜ ਛੋਡੇ ਚਮੜ ਲਿਏ। ਦੁਖੀਏ ਦਰਦਵੰਦ ਦਰ ਦੇ ਰਹਿ, ਨਾਮ ਰਤੇ ਦਰਵੇਸ਼ ਭਏ। ਆਸਾ ਕਰ ਚੌਥਾ ਮਹਿਲਾ ਪਹਿਲਾ। ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ, ਤਿਨ ਧਨ ਜਣਿੰਦੀ ਮਾਉ ਆਏ ਸਫਲ ਸੇ। ਆਸਾ ਸ਼ੇਖ ਫਰੀਦ ਜੀ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ। ਦਰਵੇਸ਼ਾਂ ਨੂੰ ਲੋੜੀ ਹੈ, ਰੁੱਖਾਂ ਦੀ ਜੀ ਰਾਂਦ। ਸਲੋਕ ਫਰੀਦ ਜੀ। ਦਿਲ ਦਰਵਾਨੀ ਜੋ ਕਰੇ, ਦਰਵੇਸ਼ੀ ਦਿਲ ਰਾਸ। ਇਸ਼ਕੋ ਮੁਹੱਬਤ ਨਾਨਕਾ, ਲੇਖਾ ਕਰਤੇ ਪਾਸ। ਇਹ ਕੁਝ ਦਰਵੇਸ਼ ਸ਼ਬਦ ਗੁਰਬਾਣੀ ਵਿੱਚ ਸੀ। ਇਸ ਤਰ੍ਹਾਂ ਦਰਵੇਸ਼ ਸ਼ਬਦ ਵੀ ਨਾਮ ਰੱਤੀ ਰੂਹ ਲਈ, ਸਹਿਣਸ਼ੀਲ ਵਿਅਕਤੀ ਲਈ, ਊਚ ਨੀਚ ਅਤੇ ਵਿਤਕਰੇ ਤੋਂ ਉੱਪਰ ਅਤੇ ਆਪਣੇ ਦਿਲ ਨੂੰ ਕਾਬੂ ਵਿੱਚ ਰੱਖਣ ਵਾਲੇ ਨੂੰ ਕਿਹਾ ਗਿਆ। ਹੁਣ ਅਸੀਂ ਇਹਨਾਂ ਸੰਤ ਅਤੇ ਦਰਵੇਸ਼ ਸ਼ਬਦ ਨੂੰ ਮੁੱਖ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਸ਼ਖਸੀਅਤ ਹੈ ਉਸ ਤੇ ਅਸੀਂ ਇਹਨਾਂ ਗੁਣਾਂ ਨੂੰ ਚੈੱਕ ਕਰਦੇ ਹਾਂ, ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜੇ ਗੁਣ ਨੇ ਗੁਰੂ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਜ਼ਾਹਰ ਹੁੰਦੇ ਨੇ। ਜੇ ਦੁਨਿਆਵੀ ਪਦਾਰਥਾਂ ਤੇ ਮੋਹ ਤੋਂ ਸਮਾਜਿਕ ਰਿਸ਼ਤਿਆਂ ਦੀ ਪਕੜ ਤੋਂ ਪੂਰਨ ਤੌਰ ਤੇ ਤਿਆਗ ਚੁੱਕਿਆ ਹੁੰਦਾ ਹੈ, ਇੱਕ ਅਜਿਹਾ ਇਨਸਾਨ ਜਿਹਨੂੰ ਦਰਵੇਸ਼ ਕਹੇ, ਇੱਕ ਅਜਿਹਾ ਇਨਸਾਨ ਜੋ ਦੁਨੀਆ ਵਿੱਚ ਵਿਚਰਦਿਆਂ ਇਨਸਾਨ ਨਜ਼ਰ ਆਉਂਦਾ ਹੈ, ਸਭ ਦੁਨਿਆਵੀ ਕੰਮ ਕਰਦਾ ਹੈ, ਪਰ ਰੂਹਾਨੀਅਤ ਦੇ ਤੌਰ ਤੇ ਉਹ ਪ੍ਰਭੂ ਨਾਲ ਅਭੇਦ ਹੋ ਚੁੱਕਿਆ ਹੁੰਦਾ ਹੈ। ਉਸ ਵਿੱਚ ਅਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਹੁੰਦਾ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਅਸੀਂ ਹੁਣ ਕੋਸ਼ਿਸ਼ ਕਰਾਂਗੇ ਗੁਰੂ ਗੋਬਿੰਦ ਸਿੰਘ ਦਾ ਇਹ ਰੂਪ ਸਭ ਤੋਂ ਪਹਿਲਾਂ ਉਹਨਾਂ ਦੇ ਜੀਵਨ ਵਿੱਚੋਂ ਦੇਖੀਏ, ਜੀਵਨ ਵਿੱਚੋਂ ਸੰਤ ਰੂਪ ਦੀਆਂ ਝਲਕਾਂ। ਬਹੁਤ ਹੀ ਸੰਖੇਪ ਰਹਿੰਦੇ ਹੋਏ ਗੁਰੂ ਸਾਹਿਬ ਜੀ ਦੇ ਜੀਵਨ ਵਿੱਚੋਂ ਉਹਨਾਂ ਘਟਨਾਵਾਂ ਦਾ ਜ਼ਿਕਰ ਮਾਤਰ ਕਰਾਂਗੇ ਜਿਨ੍ਹਾਂ ਚੋਂ ਉਹਨਾਂ ਦੀ ਦਰਵੇਸ਼ੀ ਸ਼ਖਸੀਅਤ ਦੇ ਝਲਕਾਰੇ ਵੱਜਦੇ ਹਨ। ਸਾਖੀ ਨੂੰ ਪੂਰਾ ਤੌਰ ਤੇ ਵਿਆਖਿਆ ਨਹੀਂ ਕਰਾਂਗੇ, ਸਮੇਂ ਦੇ ਮੁਤਾਬਕ ਛੋਟੀ ਛੋਟੀ ਝਲਕੀ ਜਿਹੜੀ ਉਹ ਲਵਾਂਗੇ। ਬਾਲ ਗੋਬਿੰਦ ਦੇ ਦਰਸ਼ਨ ਕਰਨ ਆਏ ਭੀਖਣ ਸ਼ਾਹ ਦੀਆਂ ਦੋਹਾਂ ਕੁੱਜੀਆਂ ਤੇ ਹੱਥ ਰੱਖਣੇ ਗੁਰੂ ਸਾਹਿਬ ਅੰਦਰ ਵਸੀ ਹੋਈ ਧਾਰਮਿਕ ਬਰਾਬਰਤਾ ਅਤੇ ਉਹਨਾਂ ਦੇ ਮਜ਼ਹਬੀ ਵਿਤਕਰਿਆਂ ਤੋਂ ਉੱਪਰ ਹੋਣ ਦਾ ਸੰਕੇਤ ਸੀ। ਸਾਥੀਆਂ ਨਾਲ ਖੇਡਦੇ ਹੋਏ ਉਹਨਾਂ ਵਿੱਚ ਭਾਈਚਾਰਕ ਸਾਂਝ, ਇੱਕ ਲੀਡਰ ਦੇ ਗੁਣ, ਉਹਨਾਂ ਦੋਸਤਾਂ ਵਿੱਚ ਆਪਣੀਆਂ ਵਸਤੂਆਂ ਵੰਡਣਾ, ਆਪਣੇ ਨਿੱਜ ਤੋਂ ਪਰ ਨੂੰ ਵਾਰਨ ਦੀ ਵ੍ਰਿਤੀ ਦਾ ਪ੍ਰਗਟਾਵਾ ਸੀ। ਕਿਸ਼ੋਰ ਗੋਬਿੰਦ ਰਾਏ ਨੇ ਸੋਨੇ ਦਾ ਕੰਗਣ ਨਦੀ ਵਿੱਚ ਸੁੱਟ ਦਿੱਤਾ ਸੀ। ਮਾਤਾ ਜੀ ਨੇ ਪੁੱਛਿਆ ਤਾਂ ਦੂਜਾ ਕੰਗਣ ਵੀ ਨਦੀ ਵਿੱਚ ਸੁੱਟਿਆ ਤੇ ਕਹਿਣ ਲੱਗੇ ਕਿ ਉਸ ਥਾਂ ਤੇ ਸੁੱਟਿਆ ਸੀ। ਇਹ ਮਾਇਆ ਤੋਂ ਨਿਰਲੇਪ ਸ਼ਖਸੀਅਤ ਦਾ ਇੱਕ ਝਲਕਾਰਾ ਸੀ। ਪੰਡਿਤ ਸ਼ਿਵਦੱਤ ਦੀ ਇੱਛਾ ਅਨੁਸਾਰ
ਉਸ ਨੂੰ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇਣੇ, ਜਿੱਥੇ ਅੰਤਰ-ਆਤਮਾ ਦੀ ਬਾਤ ਪਾਉਂਦਾ ਹੈ, ਉੱਥੇ ਗੁਰੂ ਸਾਹਿਬ ਦਾ ਪ੍ਰੇਮ ਭਾਵਨਾ ਦਾ ਸਤਿਕਾਰ ਵੀ ਦਰਸਾਉਂਦਾ ਹੈ। ਰਾਜਾ ਫਤਿਹਚੰਦ ਮੈਣੀ ਦੀ ਰਾਣੀ ਦੀ ਮਾਂ ਦੀ ਵਿਲਕਦੀ ਹੋਈ ਮਮਤਾ ਨੂੰ ਪਹਿਚਾਨਣਾ, ਉਸਦੇ ਕੋਈ ਔਲਾਦ ਨਹੀਂ ਸੀ ਤੇ ਉਹ ਗੋਬਿੰਦ ਰਾਏ ਵਰਗਾ ਬਾਲ ਆਪਣੀ ਗੋਦੀ 'ਚ ਖਿਡਾਉਣਾ ਚਾਹੁੰਦੀ ਸੀ। ਉਸ ਦੀ ਗੋਦ ਵਿੱਚ ਬੈਠ ਕੇ ਉਸ ਨੂੰ ਮਾਂ ਵਾਲਾ ਪਿਆਰ ਸਤਿਕਾਰ ਦੇਣਾ, ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਦਿਲ ਦਾ ਪਸੀਜਿਆ ਜਾਣਾ ਅਤੇ ਉਹਨਾਂ ਦਾ ਦੁੱਖ ਹਰਨ ਲਈ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਲਈ ਪ੍ਰੇਰਨਾ ਦੇਣੀ। ਭਾਈ ਜੀਵਨ ਸਿੰਘ ਜੀ ਜਦੋਂ ਗੁਰੂ ਪਿਤਾ ਦਾ ਸੀਸ ਲੈ ਕੇ ਅਨੰਦਪੁਰ ਵਿੱਚ ਪੁੱਜੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੀਵਨ ਸਿੰਘ ਜੀ ਨੂੰ ਕਲੇਜੇ ਨਾਲ ਲਗਾ ਕੇ ਕਿਹਾ, ਰੰਘਰੇਟਾ ਗੁਰੂ ਕਾ ਬੇਟਾ। ਇਹ ਗੁਰੂ ਜੀ ਦੀ ਸਮਦ੍ਰਿਸ਼ਟੀ ਅਤੇ ਇੱਕ ਸਿੱਖ ਦੀ ਘਾਲਣਾ ਨੂੰ ਮਾਣ ਦੇਣ ਦਾ ਕਾਰਜ ਸੀ। ਸਾਹਿਬ ਕੌਰ ਜੀ ਵੱਲੋਂ ਜਦੋਂ ਆਪ ਜੀ ਨੂੰ ਪਤੀ ਰੂਪ ਵਿੱਚ ਮੰਨਣ ਦੀ ਗੱਲ ਆਈ ਤਾਂ ਆਪ ਜੀ ਨੇ ਸਾਫ਼ ਸ਼ਬਦਾਂ ਵਿੱਚ ਦੱਸਿਆ ਕਿ ਮੈਂ ਗ੍ਰਸਤ ਤਿਆਗ ਚੁੱਕਾ ਹਾਂ। ਉਹਨਾਂ ਵੱਲੋਂ ਇਹ ਸ਼ਰਤ ਪ੍ਰਵਾਨ ਹੋਣ ਤੇ ਹੀ ਵਿਆਹ ਕਰਵਾਇਆ ਗਿਆ। ਬਾਅਦ ਵਿੱਚ ਜਦੋਂ ਉਹਨਾਂ ਵਿੱਚ ਪੁੱਤਰ ਦੀ ਮਾਂ ਹੋਣ ਦੀ ਇੱਛਾ ਦੇਖਿਆ ਤਾਂ ਸਮੂਹ ਖਾਲਸਾ ਪੰਥ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ। ਅੱਜ ਵੀ ਖੰਡੇ ਦੀ ਪਹੁਲ ਦੇਣ ਸਮੇਂ ਪੰਜ ਪਿਆਰੇ ਹਰ ਸਿੱਖ ਨੂੰ ਦ੍ਰਿੜ ਕਰਵਾਉਂਦੇ ਨੇ ਕਿ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਤੇ ਵਾਸੀ ਅਨੰਦਪੁਰ ਦੇ। ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਗੁਰੂ ਜੀ ਨੇ ਤੋਸ਼ੇਖਾਨੇ ਦਾ ਸਾਰਾ ਸਮਾਨ ਬਾਹਰ ਮੰਗਵਾ ਲਿਆ। ਉਪਰੰਤ ਜੋ ਕੀਮਤੀ ਵਸਤਰ ਸਨ, ਜਰੀ, ਤਿੱਲੇ, ਮਖਮਲ ਆਦਿ ਦੇ, ਉਹਨਾਂ ਉੱਤੇ ਪਹਿਲਾਂ ਅਤਰ ਫਲੇਲ ਛਿੜਕਾਇਆ ਤੇ ਉਹਨਾਂ ਨੂੰ ਅੱਗ ਲਗਵਾ ਦਿੱਤੀ। ਜੋ ਸੋਨਾ, ਚਾਂਦੀ, ਜਵਾਹਰਾਤ ਇਹਨਾਂ ਵਸਤਰਾਂ ਉੱਤੇ ਜੜੇ ਹੋਏ ਸਨ, ਉਹ ਸਾਰੇ ਬੋਰੀਆਂ ਵਿੱਚ ਬੰਨ੍ਹਣ ਦਾ ਹੁਕਮ ਦਿੱਤਾ। ਉਪਰੰਤ ਆਪ ਸਰਸਾ ਨਦੀ ਵਿੱਚ ਪਲੰਘ ਤੇ ਜਾ ਕੇ ਬੈਠ ਗਏ ਤੇ ਤੋਸ਼ੇਖਾਨੇ ਦਾ ਸਾਰਾ ਸਮਾਨ ਇੱਥੇ ਲਿਆਉਣ ਦਾ ਹੁਕਮ ਦਿੱਤਾ। ਸੋਨਾ, ਚਾਂਦੀ, ਹੀਰੇ, ਲਾਲ ਜਵਾਹਰਾਤ ਦੇ ਮੁੱਠੇ ਵਾਲੇ ਸ਼ਸਤਰ, ਮੋਹਰਾਂ ਆਦਿ, ਇਤਿਹਾਸ ਦੇ ਵਿੱਚ 9 ਕਰੋੜ ਦਾ ਜ਼ਿਕਰ ਹੈ। 9 ਕਰੋੜ ਕੈਸ਼ ਜਿਹੜਾ ਮੋਹਰਾਂ ਦੇ ਰੂਪ ਵਿੱਚ, ਤੇ ਬਾਕੀ ਹੋਰ ਸਾਰੇ ਜਿਹੜੇ ਸਾਜੋ ਸਮਾਨ ਸੀਗਾ, ਇਹ ਪੂਰਾ ਤੋਸ਼ਾਖਾਨਾ ਇੱਥੇ ਮੰਗਵਾ ਲਿਆ ਗਿਆ ਤੇ ਡੂੰਘੇ ਟੋਏ ਪਟਵਾ ਕੇ ਉਸ ਵਿੱਚ ਸੁਟਵਾ ਦਿੱਤਾ। ਪੁੱਛਣ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਇਹ ਪੂਜਾ ਦਾ ਧਨ ਹੈ ਅਤੇ ਜ਼ਹਿਰ ਦੇ ਸਮਾਨ ਹੈ। ਕੋਈ ਮਾਂ-ਬਾਪ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਔਲਾਦ ਨੂੰ ਜ਼ਹਿਰ ਖਾਣ ਦੀ ਆਗਿਆ ਨਹੀਂ ਦੇ ਸਕਦਾ। ਇੱਕ ਸਿੱਖ ਵੱਲੋਂ ਇੱਕ ਵਧੀਆ ਚਿੱਲਾ ਲੁਕੋਏ ਜਾਣ ਤੇ ਗੁਰੂ ਜੀ ਨੇ ਉਸ ਨੂੰ ਵਰਜਿਆ ਸੀ ਅਤੇ ਸਿੱਖ ਵੱਲੋਂ ਮਾਫੀ ਮੰਗਣ ਤੇ ਉਸ ਨੂੰ ਸਮਝਾਇਆ ਕਿ ਪੂਜਾ ਦੇ ਧਨ ਨਾਲ ਵਰਤੀ ਹੋਈ ਕੋਈ ਵੀ ਵਸਤੂ ਤੁਹਾਡੀ ਵੀਰਤਾ ਨੂੰ ਨਸ਼ਟ ਕਰਦੀ ਹੈ, ਦੋਹਾਂ ਜਹਾਨਾਂ ਵਿੱਚ ਮੂੰਹ ਕਾਲਾ ਕਰਵਾਉਂਦੀ ਹੈ ਅਤੇ ਕੀਤਾ ਗਿਆ ਸਾਰਾ ਜਪ ਤਪ ਖਿੱਚ ਲੈਂਦੀ ਹੈ। ਕੋਈ ਅਜਿਹਾ ਦਰਵੇਸ਼ ਦੁਨੀਆ ਦੀ ਨਜ਼ਰ ਆਉਂਦਾ? ਜੇ ਉਹਨਾਂ ਨੇ ਖਾਲਸਾ ਸਾਜਣ ਸਮੇਂ ਪੰਜ ਪਿਆਰਿਆਂ ਨੂੰ ਗੁਰੂ ਖਾਲਸਾ ਕਿਹਾ ਸੀ ਤਾਂ ਇਸ ਤੇ ਉਹਨਾਂ ਨੇ ਪਹਿਰਾ ਵੀ ਦਿੱਤਾ। ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਹੀ ਉਹਨਾਂ ਨੇ ਚਮਕੌਰ ਦੀ ਗੜੀ ਵਿੱਚੋਂ ਨਿਕਲਣਾ ਮਨਜ਼ੂਰ ਕੀਤਾ ਸੀ। ਇਹ ਸੂਰਵੀਰ ਬਚਨ ਕੇ ਬਲੀ ਨੂੰ ਕਮਾ ਕੇ ਦਿਖਾ ਰਹੇ ਸਨ। ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੜ ਗਿਆ। ਇਸ ਸਮੇਂ 2 ਵੱਡੇ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋ ਚੁੱਕੇ ਸਨ। ਪਿਤਾ ਜੀ ਪਹਿਲਾਂ ਹੀ ਕੁਰਬਾਨੀ ਦੇ ਚੁੱਕੇ ਸਨ। ਮਾਤਾ ਜੀ, ਛੋਟੇ ਸਾਹਿਬਜ਼ਾਦੇ ਤੇ ਗੁਰੂ ਕੇ ਮਹਿਲ ਕਿੱਥੇ ਹਨ? ਜਿੰਦਾ ਵੀ ਹਨ ਜਾਂ ਨਹੀਂ, ਇਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਇਲਮ ਨਹੀਂ ਸੀ। ਜਾਨ ਤੋਂ ਪਿਆਰਾ ਖਾਲਸਾ ਵੀ ਆਪ ਜੀ ਦੇ ਨਾਲ ਨਹੀਂ ਸੀ। ਜਾਨ ਦਾ ਦੁਸ਼ਮਣ ਕਿਸੇ ਵੀ ਪਲ ਸਿਰ ਤੇ ਆ ਸਕਦਾ ਸੀ। ਜਦੋਂ ਪਾਟੇ ਲੀੜੇ ਤਨ ਤੇ ਹਨ ਤੇ ਮਾਛੀਵਾੜੇ ਦੇ ਸੁਨਸਾਨ ਜੰਗਲ ਵਿੱਚ ਪਏ ਨੇ, ਅਜਿਹੀ ਹਾਲਤ ਵਿੱਚ ਵੀ ਪ੍ਰਭੂ ਪਿਤਾ ਨੂੰ ਯਾਦ ਕਰਨਾ ਅਤੇ ਯਾਰਡੇ ਦੇ ਸੱਥਰ ਨੂੰ ਖੇੜਿਆਂ ਦੀ ਰੂਪ ਵਿੱਚ ਉੱਚਾ ਦੱਸਣਾ ਰੂਹਾਨੀਅਤ, ਧੀਰਜ ਅਤੇ ਅੰਦਰੂਨੀ ਸਹਿਜ ਤੋਂ ਬਿਨਾਂ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਹੋ ਸਕਦਾ। ਜਦੋਂ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਬ੍ਰਾਹਮਣ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਹੋਏ ਗ੍ਰੰਥਾਂ ਨੂੰ ਦੇਵ ਬਾਣੀ ਆਖ ਕੇ ਉਸ ਨੂੰ ਪੜ੍ਹਨ ਪੜ੍ਹਾਉਣ ਦਾ ਏਕਾਧਿਕਾਰ ਆਪਣੇ ਕੋਲ ਰੱਖੀ ਬੈਠਾ ਹੈ, ਤਾਂ ਉਹਨਾਂ ਨੇ ਆਪਣੇ ਸਿੱਖਾਂ ਨੂੰ ਕਾਸ਼ੀ ਵਿਖੇ ਸੰਸਕ੍ਰਿਤ ਸਿੱਖਣ ਲਈ ਭੇਜਿਆ, ਜਿਨ੍ਹਾਂ ਨੂੰ ਨਿਰਮਲੇ ਸਿੱਖ ਕਿਹਾ ਜਾਂਦਾ ਹੈ। ਦਰਵੇਸ਼ ਪਿਤਾ ਜੀ ਦਾ ਵਿਸ਼ਵਾਸ ਸੀ ਕਿ ਗਿਆਨ ਤੇ ਹਰ ਇੱਕ ਦਾ ਬਰਾਬਰ ਹੱਕ ਹੈ। ਬਿਨਾਂ ਕਿਸੇ ਮਜ਼ਹਬ, ਜਾਤ ਜਾਂ ਕਿਸੇ ਹੋਰ ਵਿਤਕਰੇ ਦੇ ਅਧਿਆਤਮਕ ਗਿਆਨ ਸਿੱਖਣ ਅਤੇ ਵੰਡਣ ਲਈ ਹਰ ਵਿਅਕਤੀ ਬਰਾਬਰ ਹੈ। ਇਸ ਲਈ ਹੋਰ ਪੁਰਾਤਨ ਸਾਹਿਤ ਅਤੇ ਗ੍ਰੰਥਾਂ ਦੇ ਅਨੁਵਾਦ ਵੀ ਗੁਰੂ ਸਾਹਿਬ ਨੇ ਕਰਵਾਏ ਸਨ। ਇਤਿਹਾਸ ਵਿੱਚ ਜ਼ਿਕਰ ਹੈ ਕਿ ਜਦੋਂ ਰਾਜਾ ਫਰਖੁਸ਼ਿਆਰ ਨੇ ਆਪ ਜੀ ਨੂੰ ਪੁੱਛਿਆ, ਮਜ਼ਹਬ ਤੁਮਾਰਾ ਖੂਬ ਕਿ ਹਮਾਰਾ ਖੂਬ, ਤਾਂ ਗੁਰੂ ਸਾਹਿਬ ਨੇ ਬੜਾ ਪਿਆਰਾ ਜਵਾਬ ਦਿੱਤਾ ਸੀ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਇਸ ਵਿੱਚ ਦੂਸਰੇ ਦੇ ਅਕੀਦੇ ਦਾ ਸਤਿਕਾਰ ਵੀ ਹੈ ਅਤੇ ਆਪਣੇ ਵਿਸ਼ਵਾਸ ਪ੍ਰਤੀ ਦ੍ਰਿੜਤਾ ਵੀ। ਇਹ ਨਿਰਭਉ ਅਤੇ ਨਿਰਵੈਰ ਹੋਣ ਦੀ ਉਹੀ ਭਾਵਨਾ ਹੈ ਜਿਸ ਅਧੀਨ ਗੁਰੂ ਪਿਤਾ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦਿੱਤੀ ਸੀ। ਗੁਰਬਾਣੀ ਪ੍ਰਤੀ ਉਹਨਾਂ ਦੇ ਸਤਿਕਾਰ ਨੂੰ ਦਰਸਾਉਂਦੀ ਹੋਈ ਇੱਕ ਘਟਨਾ ਦਾ ਜ਼ਿਕਰ ਇਤਿਹਾਸ ਵਿੱਚ ਆਇਆ ਹੈ। ਇੱਕ ਸਿੱਖ ਨੇ ਜਦੋਂ ਬਾਣੀ ਪੜ੍ਹਦਿਆਂ ਹੇਠ ਲਿਖੀ ਪੰਕਤੀ ਪੜ੍ਹੀ, ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ,
ਤਾਂ ਉਸਨੇ ਕੈ ਸ਼ਬਦ ਨੂੰ ਕੇ ਉਚਾਰਨ ਕਰ ਦਿੱਤਾ ਅਤੇ ਉਸਨੇ ਪੜ੍ਹਿਆ ਕਰਤੇ ਕੀਮਤ ਕਰਤਾ ਜਾਣੈ ਕੇ ਜਾਣੈ ਗੁਰਸੂਰਾ। ਗੁਰੂ ਸਾਹਿਬ ਨੇ ਨਾਰਾਜ਼ਗੀ ਪ੍ਰਗਟਾਈ ਅਤੇ ਦੱਸਿਆ ਕਿ ਗਲਤ ਉਚਾਰਨ ਕਰਨ ਨਾਲ ਅਰਥਾਂ ਦੇ ਅਨਰਥ ਹੋ ਜਾਂਦੇ ਹਨ। ਕੇ ਪੜ੍ਹਨ ਨਾਲ ਅਰਥ ਹੋਣਗੇ ਕਿ ਕਰਤੇ ਦੀ ਮਿੱਤ ਤਾਂ ਕਰਤਾ ਹੀ ਜਾਣਦਾ ਹੈ, ਗੁਰੂ ਨੂੰ ਇਸ ਦੀ ਕੀ ਸੋਝੀ ਹੈ। ਜਦਕਿ ਕੈ ਉਚਾਰਨ ਨਾਲ ਇਸ ਦੇ ਠੀਕ ਅਰਥ ਬਣਦੇ ਨੇ ਕਿ ਕਰਤੇ ਦੀ ਮਿੱਤ ਜਾਂ ਤਾਂ ਕਰਤਾ ਜਾਣਦਾ ਹੈ ਤੇ ਜਾਂ ਗੁਰੂ ਸੂਰਾ। ਵਰਗੀ ਸੂਖਮ ਕਲਾ ਦੇ ਹੀ ਪ੍ਰਸ਼ੰਸਕ ਨਹੀਂ ਸਨ, ਸਗੋਂ ਰਾਗ ਦੇ ਵੀ ਆਸ਼ਿਕ ਸਨ। ਗੁਰਦੁਆਰਾ ਮੰਡੀ ਸਕੇਤ ਵਿੱਚ ਗੁਰੂ ਗੋਬਿੰਦ ਸਿੰਘ ਦੀ ਪਈ ਹੋਈ ਰਵਾਵ ਉਹਨਾਂ ਦੇ ਸੰਗੀਤ ਪ੍ਰੇਮ ਦਾ ਸੂਚਕ ਹੈ। ਭਾਈ ਨੰਦ ਲਾਲ ਜੀ ਨੇ ਗੁਰੂ ਸਾਹਿਬ ਤੋਂ ਜੰਗ ਵਿੱਚ ਜਾਣ ਦੀ ਇਜਾਜ਼ਤ ਮੰਗੀ ਤਾਂ ਗੁਰੂ ਸਾਹਿਬ ਨੇ ਫਾਰਸੀ ਦੇ ਇਸ ਵਿਦਵਾਨ ਕਵੀ ਦੀ ਕਲਾ ਨੂੰ ਪਹਿਚਾਣਦੇ ਹੋਏ ਉਹਨਾਂ ਨੂੰ ਜੰਗ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ, ਸਗੋਂ ਕਿਹਾ ਕਿ ਤੁਹਾਡੀ ਕਲਮ ਹੀ ਤੁਹਾਡੀ ਤਲਵਾਰ ਹੈ, ਇਸ ਨੂੰ ਚਲਾਉਣਾ ਜਾਰੀ ਰੱਖੋ। ਜਦੋਂ ਭਾਈ ਨੰਦ ਲਾਲ ਜੀ ਆਪਣੀ ਲਿਖੀ ਹੋਈ ਪੁਸਤਕ ਬੰਦਗੀਨਾਮਾ ਗੁਰੂ ਸਾਹਿਬ ਜੀ ਨੂੰ ਦਿਖਾਉਣ ਆਏ ਤਾਂ ਗੁਰੂ ਜੀ ਨੇ ਆਪਣੇ ਕਰ ਕਮਲਾਂ ਨਾਲ ਉਸ ਦੇ ਸਿਰਲੇਖ ਨੂੰ ਬੰਦਗੀਨਾਮਾ ਦੀ ਜਗ੍ਹਾ ਜ਼ਿੰਦਗੀਨਾਮਾ ਕਰਦੇ ਹੋਏ ਕਿਹਾ ਕਿ ਤੁਹਾਡੀ ਲਿਖਤ ਖੂਬਸੂਰਤ ਜ਼ਿੰਦਗੀ ਜਿਉਣ ਦਾ ਗੁਰ ਦੱਸਦੀ ਹੈ, ਇਸ ਲਈ ਇਸ ਦਾ ਨਾਮ ਜ਼ਿੰਦਗੀਨਾਮਾ ਵਧੇਰੇ ਢੁਕਵਾਂ ਹੈ। ਇਹ ਕੁਝ ਕੁ ਝਲਕੀਆਂ ਸਨ ਗੁਰੂ ਸਾਹਿਬ ਦੇ ਜੀਵਨ ਵਿੱਚੋਂ। ਹੁਣ ਅਸੀਂ ਉਹਨਾਂ ਦੇ ਮੈਦਾਨੀ ਜੰਗ ਦੇ ਵਿੱਚ ਜਦੋਂ ਲੜਾਈਆਂ ਲੜੀਆਂ ਉਹਨਾਂ ਨੇ, ਉਸ ਵੇਲੇ ਦਾ ਉਹਨਾਂ ਦਾ ਜਿਹੜਾ ਦਰਵੇਸ਼ੀ ਰੂਪ ਹੈ, ਉਸ ਜੰਗ ਦੇ ਮੈਦਾਨ ਵਿੱਚੋਂ ਉਸ ਦੀ ਝਲਕ ਦਿਖਦੇ ਹਾਂ। ਮੈਦਾਨੀ ਜੰਗ ਵਿੱਚ ਦਰਵੇਸ਼ਾ ਵੀ ਸੁਭਾਅ। ਗੁਰੂ ਗੋਬਿੰਦ ਸਿੰਘ ਜੀ ਨੂੰ ਹੱਕ ਸੱਚ ਦੀ ਖਾਤਰ ਜ਼ੁਲਮ ਦੇ ਵਿਰੁੱਧ ਕੁੱਲ 14 ਲੜਾਈਆਂ ਲੜਨੀਆਂ ਪਈਆਂ, ਪਰ ਇਤਿਹਾਸ ਗਵਾਹ ਹੈ ਕਿ ਕੋਈ ਇੱਕ ਵੀ ਜੰਗ ਗੁਰੂ ਸਾਹਿਬ ਜੀ ਵੱਲੋਂ ਆਰੰਭ ਨਹੀਂ ਕੀਤੀ ਗਈ। ਹਰੇਕ ਜੰਗ ਵਿੱਚ ਦੁਸ਼ਮਣ ਨੇ ਵਾਰ ਪਹਿਲਾਂ ਕੀਤਾ। ਗੁਰੂ ਤੇਗ ਬਹਾਦਰ ਜੀ ਦੇ ਦੱਸੇ ਹੋਏ ਸੁਨਹਿਰੀ ਅਸੂਲ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਉਸ ਤੇ ਅਮਲ ਕਰਦਿਆਂ ਹੋਇਆਂ ਸੁਤੰਤਰ ਅਤੇ ਨਿਰਭਉ ਹਸਤੀ ਦਾ ਸਬੂਤ ਜ਼ਰੂਰ ਦਿੱਤਾ ਹੈ। ਪਰ ਇਹਨਾਂ ਜੰਗਾਂ ਦੀਆਂ ਕੁਝ ਖਾਸ ਖੂਬੀਆਂ ਹਨ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ। ਕਿਸੇ ਵੀ ਜੰਗ ਦਾ ਉਦੇਸ਼ ਇਲਾਕਾ ਜਿੱਤਣਾ ਜਾਂ ਹੱਦਾਂ ਵਧਾਉਣੀਆਂ ਨਹੀਂ ਸੀ। ਕਿਸੇ ਵੀ ਜੰਗ ਵਿੱਚ ਭੱਜੇ ਜਾਂਦੇ ਦੁਸ਼ਮਣ ਤੇ ਵਾਰ ਨਹੀਂ ਕੀਤਾ ਗਿਆ। ਦੁਸ਼ਮਣ ਦੀਆਂ ਔਰਤਾਂ ਦਾ ਪੂਰਾ ਸਤਿਕਾਰ ਅਤੇ ਸੁਰੱਖਿਆ ਕਾਇਮ ਰਹੀ। ਮੈਦਾਨੇ ਜੰਗ ਵਿੱਚ ਆਪਣੇ ਪ੍ਰਭੂ ਨੂੰ ਇੱਕ ਪਲ ਲਈ ਨਹੀਂ ਭੁੱਲੇ। ਇਤਿਹਾਸ ਦੱਸਦਾ ਹੈ ਕਿ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਜੰਗ ਦੇ ਮੈਦਾਨ ਵਿੱਚ ਵੀ ਚੱਲਦਾ ਰਿਹਾ। ਸੁਲਹ ਸਫਾਈ ਦਾ ਕੋਈ ਮੌਕਾ ਹੱਥੋਂ ਨਹੀਂ ਗਵਾਇਆ। ਸ਼੍ਰੀਨਗਰ ਗੜਵਾਲ ਦਾ ਰਾਜਾ ਫਤਿਹ ਸ਼ਾਹ ਜਦੋਂ ਸੁਗਾਤਾਂ ਤੇ ਤੋਹਫੇ ਲੈ ਕੇ ਸ਼ਰਨ ਵਿੱਚ ਆਇਆ ਤਾਂ ਉਸ ਦੀ ਦੋਸਤੀ ਪ੍ਰਵਾਨ ਕੀਤੀ। ਮੁਗਲਾਂ ਅਤੇ ਪਠਾਨਾਂ ਵੱਲੋਂ ਕੁਰਾਨ ਅਤੇ ਆਟੇ ਦੀ ਗਊ ਤੇ ਹੱਥ ਰੱਖ ਕੇ ਖਾਧੀਆਂ ਹੋਈਆਂ ਝੂਠੀਆਂ ਕਸਮਾਂ ਤੇ ਵੀ ਇਤਵਾਰ ਕੀਤਾ, ਉਹਨਾਂ ਦੇ ਅਕੀਦੇ ਨੂੰ ਮਾਣ ਦੇਣ ਲਈ। ਭੀਮ ਚੰਦ ਦੇ ਸਹਾਇਤਾ ਮੰਗਣ ਤੇ ਅਲਫ ਖਾਂ ਦੇ ਟਾਕਰੇ ਤੇ ਉਸ ਦੀ ਸਹਾਇਤਾ ਕੀਤੀ। ਆਨੰਦਪੁਰ ਦਾ ਕਿਲਾ ਵੀ ਦੁਸ਼ਮਣ ਦੇ ਭਰੋਸਾ ਦਿਵਾਉਣ ਤੇ ਹੀ ਛੱਡਿਆ ਸੀ। ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਹਰ ਤੀਰ ਉੱਤੇ ਸੋਨਾ ਲੱਗਿਆ ਹੁੰਦਾ ਸੀ ਤਾਂ ਕਿ ਜੰਗ ਵਿੱਚ ਮਰਨ ਵਾਲੇ ਦਾ ਟੱਬਰ ਭੁੱਖਾ ਨਾ ਰਹੇ। ਕਦੇ ਵਿਸ਼ਵ ਦੇ ਇਤਿਹਾਸ ਵਿੱਚ ਅਜਿਹਾ ਨਹੀਂ ਹੋਇਆ ਕਿ ਜੰਗ ਵਿੱਚ ਸਾਥ ਛੱਡਣ ਵਾਲਿਆਂ ਨੂੰ ਕਿਸੇ ਨੇ ਬਖਸ਼ਿਆ ਹੋਵੇ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੇ ਸਥਾਨ ਤੇ ਆਪਣੇ ਲਾਡਲੇ 40 ਸਿੱਖਾਂ ਨੂੰ ਨਾ ਕੇਵਲ ਮਾਫੀ ਕੀਤਾ, ਸਗੋਂ ਮੇਰਾ 5000 ਮੇਰਾ 10,000 ਆਖ ਕੇ ਵਡਿਆਇਆ ਵੀ। ਭਾਈ ਕਨ੍ਹਈਆ ਜੀ ਜੋ ਦੁਸ਼ਮਣ ਦੇ ਸੈਨਿਕਾਂ ਨੂੰ ਪਾਣੀ ਪਿਲਾ ਰਹੇ ਸਨ, ਉਹਨਾਂ ਦੀ ਸਮਦ੍ਰਿਸ਼ਟੀ ਨੂੰ ਪਹਿਚਾਣ ਕੇ ਨਾ ਕੇਵਲ ਪਾਣੀ ਪਿਲਾਉਣਾ ਹੀ ਜਾਰੀ ਰੱਖਣ ਲਈ ਕਿਹਾ, ਸਗੋਂ ਮੱਲਮ ਪੱਟੇ ਕਰਨ ਦੀ ਤਾਕੀਦ ਵੀ ਕੀਤੀ। ਗੁਰੂ ਸਾਹਿਬ ਤੇ ਚੜ੍ਹਾਈ ਕਰਕੇ ਆਇਆ ਸੈਦਾ ਬੇਗ ਆਪ ਜੀ ਦੀ ਮਿਕਨਾਤੀਸੀ ਸ਼ਿਕਸ਼ੇ ਦਾ ਕਾਇਲ ਹੋ ਗਿਆ ਸੀ। ਸ਼ਬਦ ਬਾਣ ਨਾਲ ਉਸ ਦੇ ਕਲੇਜੇ ਸ਼ੇਕ ਕਰਕੇ ਗੁਰੂ ਵਿੱਚ ਅਭੇਦ ਕੀਤਾ। ਸੰਸਾਰ ਦੇ ਕਿਸੇ ਵੀ ਜੰਗ ਵਿੱਚ ਇਸ ਤਰ੍ਹਾਂ ਦਾ ਜ਼ਬਤ ਅਤੇ ਅਨੁਸ਼ਾਸਨ ਨਹੀਂ ਦੇਖਿਆ ਗਿਆ। ਜਿਸ ਨਾਲ ਜੰਗ ਵੀ ਕੀਤੀ ਉਸ ਨੂੰ ਸਦਾ ਲਈ ਦੁਸ਼ਮਣ ਨਹੀਂ ਮੰਨ ਲਿਆ। ਔਰੰਗਜ਼ੇਬ ਨੂੰ ਜਿੱਥੇ ਜ਼ਫ਼ਰਨਾਮਾ ਰਾਹੀਂ ਘਾਇਲ ਕੀਤਾ, ਉੱਥੇ ਉਸੇ ਦੇ ਪੁੱਤਰ ਬਹਾਦਰ ਸ਼ਾਹ ਦੀ ਮਦਦ ਵੀ ਕੀਤੀ। ਜੰਗ ਵਿੱਚ ਸਿਰਫ ਗੁਰੂ ਜੀ ਦੇ ਸਿੱਖਾਂ ਨੇ ਹੀ ਹਿੱਸਾ ਨਹੀਂ ਲਿਆ, ਸਗੋਂ ਉਹਨਾਂ ਆਪਣੇ ਪੁੱਤਰਾਂ ਨੂੰ ਵੀ ਖੁਸ਼ੀ ਨਾਲ ਆਪ ਮੈਦਾਨੇ ਜੰਗ ਵਿੱਚ ਸ਼ਹੀਦੀਆਂ ਪਾਉਣ ਲਈ ਭੇਜਿਆ। ਜੰਗ ਵਿੱਚ ਹੋਈ ਜਿੱਤ ਨੂੰ ਵੀ ਅਕਾਲ ਪੁਰਖ ਦੀ ਕਿਰਪਾ ਦੱਸਿਆ। ਪਈ ਜੀਤ ਮੇਰੀ ਕਿਰਪਾ ਅਕਾਲ ਤੇਰੀ। ਪਰਿਵਾਰ ਦਾ ਬਲੀਦਾਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੀ ਜਿਸ ਤਰ੍ਹਾਂ ਕੁਰਬਾਨੀ ਦਿੱਤੀ ਹੈ ਅਤੇ ਮੋਹ ਦੇ ਬੰਧਨ ਤੋਂ ਅਭਿੱਜ ਰਹੇ
ਉਹ ਆਪਣੀ ਮਿਸਾਲ ਆਪ ਹੈ। ਪਹਿਲਾਂ ਗੁਰੂ ਪਿਤਾ ਨੂੰ ਕੁਰਬਾਨੀ ਲਈ ਤੋਰਿਆ, ਫਿਰ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਆਪਣੇ ਹੱਥੀਂ ਤੋਰੇ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸਰਹੰਦ ਵਿੱਚ ਸ਼ਹਾਦਤ ਹੋਈ। ਪਰ ਇਹ ਸਭ ਤੋਂ ਬਾਅਦ ਰਤਾ ਵੀ ਮਲਾਲ ਜਾਂ ਚਿੰਤਾ ਦੀ ਕੋਈ ਰੇਖਾ ਗੁਰੂ ਸਾਹਿਬ ਦੇ ਮੱਥੇ ਤੇ ਨਹੀਂ ਆਈ। ਸਗੋਂ ਉਹਨਾਂ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਉਸਨੇ ਆਪਣੀ ਅਮਾਨਤ ਸੰਭਾਲ ਲਈ ਹੈ। ਇੱਕ ਕਵੀ ਦੇ ਸ਼ਬਦਾਂ ਵਿੱਚ, ਲੋਕੀ ਆਖਦੇ ਨੇ ਮੈਨੂੰ ਸ਼ਹਿਨਸ਼ਾਹ, ਪਰ ਕਰਜ਼ਾ ਕਿਸ਼ਤਾਂ ਦੇ ਨਾਲ ਉਤਾਰਿਆ ਮੈਂ। ਇਹ ਤਿਆਗ ਤੇ ਸਬਰ ਸ਼ੁਕਰ ਦੀ ਭਾਵਨਾ ਸਿਰਫ ਅਤੇ ਸਿਰਫ ਜ਼ਿੰਦਗੀ ਦੀ ਸੱਚਾਈ ਸਮਝ ਚੁੱਕੀ ਹੋਈ ਦਰਵੇਸ਼ ਰੂਹ ਹੀ ਕਰ ਸਕਦੀ ਹੈ। ਮਾਤਾ ਸੁੰਦਰੀ ਜੀ ਨੇ ਜਦੋਂ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਸੀ ਤਾਂ ਪੂਰੇ ਜਾਹੋ ਜਲਾਲ ਵਿੱਚ ਜਵਾਬ ਦਿੱਤਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆਪਣੇ ਸਿੱਖਾਂ ਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰ ਨਾਲ ਕਦੇ ਵੀ ਦੁਨਿਆਵੀ ਨਹੀਂ ਹੋ ਸਕਦਾ। ਇਹ ਦੇਵੀ ਅਤੇ ਰੂਹਾਨੀਅਤ ਵਿੱਚ ਸਰਸ਼ਾਰ ਆਤਮਾ ਹੀ ਕਰ ਸਕਦੀ। ਦਸਮ ਗ੍ਰੰਥ ਵਿੱਚੋਂ ਸੰਤ ਰੂਪ ਦੇ ਦਰਸ਼ਨ। ਭਾਵੇਂ ਦਸਮ ਗ੍ਰੰਥ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਹੋਣ ਬਾਰੇ ਸਿੱਖ ਪੰਥ ਅਜੇ ਇੱਕ ਮਤ ਨਹੀਂ। ਤਿੰਨ ਤਰ੍ਹਾਂ ਦੇ ਜਿਹੜੇ ਕਹਿ ਲਓ ਵਿਚਾਰਧਾਰਾ ਵਾਲੇ ਨੇ ਇਸ ਵੇਲੇ ਵਿਦਵਾਨ ਨੇੜੇ। ਇੱਕ ਤਾਂ ਅਜਿਹੇ ਨੇ ਜਿਹੜੇ ਦਸਮ ਗ੍ਰੰਥ ਨੂੰ ਪੂਰੇ ਸਾਰੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਕਿਰਤ ਮੰਨਦੇ ਨੇ, ਸ਼ਰਧਾਵਾਨ ਨੇ। ਉਹ ਹੋਰ ਇੱਕ ਵੀ ਸ਼ਬਦ ਇਸ ਦੇ ਵਿਰੁੱਧ ਨਹੀਂ ਸੁਣਨਾ ਚਾਹੁੰਦੇ, ਪਰ ਸੋਚਦੇ ਨੇ ਕਿ ਜੋ ਵੀ ਲਿਖਿਆ ਹੈ ਉਹ ਗੁਰੂ ਗੋਬਿੰਦ ਸਿੰਘ ਦਾ ਲਿਖਿਆ। ਦੂਸਰਾ ਜਿਹੜਾ ਵਰਗ ਹੈ ਉਹ ਬਿਲਕੁਲ ਹੀ ਇਸ ਦੇ ਉਲਟ ਹੈ। ਉਹ ਸਮਝਦੇ ਕਿ ਦਸਮ ਗ੍ਰੰਥ ਦਾ ਇੱਕ ਸ਼ਬਦ ਵੀ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ, ਕਿਉਂਕਿ ਇਸ ਦੇ ਵਿੱਚ ਕੁਝ ਅਸ਼ਲੀਲਤਾ ਵਾਲਾ ਅੰਸ਼ ਹੈ, ਕੁਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਲਟ ਵੀ ਹੈਗੇ। ਔਰ ਤੀਸਰਾ ਜਿਹੜਾ ਵਰਗ ਹੈ ਉਹ ਇਸ ਤਰ੍ਹਾਂ ਦਾ ਹੈ ਜਿਨ੍ਹਾਂ ਦੇ ਖਿਆਲ ਵਿੱਚ ਕੁਝ ਬਾਣੀਆਂ ਨੇੜੀਆਂ, ਜਿਸ ਤਰ੍ਹਾਂ ਜਾਪ ਸਾਹਿਬ, ਸਵਈਏ, ਜਫਰਨਾਮਾ, ਗਿਆਨ ਪ੍ਰਬੋਧ, ਇਸ ਤਰ੍ਹਾਂ ਦੀਆਂ ਕੁਝ ਬਾਣੀਆਂ ਨੇ ਜਿਹੜੀਆਂ ਉਹ ਗੁਰੂ ਗੋਬਿੰਦ ਸਿੰਘ ਦੀਆਂ ਨੇ, ਜਦਕਿ ਚਰਿਤਰੋਪਖਿਆਨ ਤੇ ਚੰਡੀ ਚਰਿੱਤਰ ਜਿਹੜੇ ਕਿ ਖਾਸ ਤੌਰ ਤੇ ਜਿਨ੍ਹਾਂ ਤੇ ਕੰਟਰੋਵਰਸੀ ਹੈ ਵੀ ਉਹ ਗੁਰੂ ਸਾਹਿਬ ਦੀਆਂ ਨਹੀਂ। ਸੋ ਅਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਵੀ ਅਸੀਂ ਇਸ ਵੇਲੇ ਉਹ ਨਹੀਂ ਕਰੇ। ਸਾਡੀ ਜਿਹੜੀ ਕੋਸ਼ਿਸ਼ ਹੈ ਸਾਡੇ ਟੌਪਿਕ ਮੁਤਾਬਕ ਕਿ ਦਸਮ ਗ੍ਰੰਥ ਦੇ ਅਸੀਂ ਉਹਨਾਂ ਸ਼ਬਦਾਂ ਨੂੰ ਅਸੀਂ ਜ਼ਰੂਰ ਮਾਣ ਦੇਵਾਂਗੇ ਜਿਨ੍ਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਸੰਤ ਤੇ ਦਰਵੇਸ਼ ਦੀ ਜਿਹੜੀ ਸ਼ਖਸੀਅਤ ਹੈ ਉਸ ਦੇ ਝਲਕਾਰੇ ਪੈਂਦੇ ਨੇ। ਮੈਂ ਕੁਝ ਉਹ ਜਿਹੜੇ ਕੋਟੇਸ਼ਨ ਨੇ ਉਹ ਦਸਮ ਗ੍ਰੰਥ ਵਿੱਚੋਂ ਵੀ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਆਪਾਂ ਸਾਂਝੀ ਕਰਾਂਗੇ। ਸੋ ਕਿਉਂਕਿ ਭਾਵੇਂ ਇਹ ਗੱਲ ਆਖੀ ਜਾਂਦੀ ਹੈ ਕਿ ਦਸਮ ਗ੍ਰੰਥ ਜਿਹੜੀ ਉਹ ਸਾਰੀ ਗੁਰੂ ਸਾਹਿਬ ਦੀ ਰਚਨਾ ਨਾ ਹੋ ਕੇ ਇਹਨਾਂ ਦੇ ਕੁਝ ਦਰਬਾਰੀ ਕਵੀਆਂ ਦੀ ਸੀ, ਜਾਂ ਵਿੱਚ ਦੇ ਵਿੱਚ ਕੁਝ ਰਲਾ ਵੀ ਹੋ ਗਿਆ। ਪਹਿਲਾਂ ਦੋ ਗ੍ਰੰਥ ਸੀਗੇ, ਬਚਿੱਤਰ ਨਾਟਕ ਤੇ ਅਕਾਲ ਉਸਤਤ ਅਲੱਗ-ਅਲੱਗ ਸੀਗੇ, ਤੇ ਇੱਕ ਖਾਸ ਸਮੇਂ ਇਹਨਾਂ ਨੂੰ ਇਕੱਠੇ ਕਰਕੇ ਇੱਕੋ ਜਲਦ ਵਿੱਚ ਕੀਤਾ ਗਿਆ। ਸੋ ਉਸ ਦੇ ਵਿੱਚ ਕੁਝ ਰਲਾਵਟ ਵੀ ਇਹ ਗੱਲ ਆਖੀ ਜਾਂਦੀ ਹੈ। ਈਵਨ ਸਾਡੀ ਅਕਾਲ ਤਖਤ ਦੀ ਰਹਿਤ ਮਰਿਆਦਾ ਵਿੱਚ ਵੀ ਇਹ ਗੱਲ ਕਹੀ ਹੈ ਕਿ ਬੇਸ਼ੱਕ ਤੁਸੀਂ ਦਸਮ ਗ੍ਰੰਥ ਨੂੰ ਪੜ੍ਹੋ, ਸਟੱਡੀ ਕਰੋ, ਲੇਕਿਨ ਅਜੇ ਇਸ ਨੂੰ ਗੁਰੂ ਦਾ ਅਸੀਂ ਦਰਜਾ ਨਹੀਂ ਦੇ ਰਹੇ ਹੈਗੇ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਸੀਂ ਇਸ ਨੂੰ ਐਜ਼ ਗੁਰੂ ਨਹੀਂ ਮੰਨਦੇ ਹੈਗੇ। ਸੋ ਉਸ ਦਸਮ ਗ੍ਰੰਥ ਵਿੱਚੋਂ ਕੁਝ ਜਿਹੜੀਆਂ ਬਾਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੀ ਸੰਤ ਤੇ ਦਰਵੇਸ਼ ਰੂਪ ਜਿਹੜਾ ਉਹ ਝਲਕਦਾ, ਉਹਨਾਂ ਦਾ ਅਸੀਂ ਜ਼ਰੂਰ ਜ਼ਿਕਰ ਕਰਾਂਗੇ। ਸਭ ਤੋਂ ਪਹਿਲਾਂ ਜਾਪ ਸਾਹਿਬ ਬਾਣੀ, ਜਿਸ ਦੇ ਵਿੱਚ ਪ੍ਰਭੂ ਨੂੰ ਚੱਕਰ ਚਿਹਨ ਰੂਪ ਰੰਗ ਤੋਂ ਆਜ਼ਾਦ ਦੱਸਿਆ ਹੈ, ਉਸ ਨੂੰ ਸਾਰੇ ਕੁਝ ਦਾ ਕਰਤਾ ਮੰਨ ਕੇ ਵਾਰ-ਵਾਰ ਨਮਸਕਾਰ ਕੀਤੀ ਗਈ ਹੈ। ਨਿਤਨੇਮ ਦੀ ਬਾਣੀ ਤਪਰਸਾ ਸਵਈਏ ਵਿੱਚ ਪ੍ਰਭੂ ਨੂੰ ਸਾਰੀਆਂ ਧਾਰਮਿਕ ਰਸਮਾਂ ਤੋਂ ਉੱਚਾ ਤੇ ਪ੍ਰਭੂ ਪ੍ਰਾਪਤੀ ਦਾ ਇੱਕੋ ਇੱਕ ਰਾਹ ਪ੍ਰੇਮ ਬਿਆਨ ਕੀਤਾ ਹੈ। ਕਹਾਂ ਪਇਓ ਜੋ ਦੋ ਲੋਚਨ ਮੂੰਦ ਕੇ, ਬੈਠ ਰਹਿਓ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸੇ ਤਰ੍ਹਾਂ 33 ਸੋਈਏ ਉਹਨਾਂ ਦੇ ਵਿੱਚ ਵੀ ਵਹਿਮ, ਹਰ ਤਰ੍ਹਾਂ ਦੇ ਵਹਿਮ ਭਰਮ ਨੇੜੇ, ਹਰ ਤਰ੍ਹਾਂ ਦੇ ਧਾਰਮਿਕ ਪਖੰਡ ਨੇੜੇ, ਕਰਮ ਕਾਂਡ ਨੇੜੇ, ਉਹਨਾਂ ਦਾ ਖੰਡਨ ਕੀਤਾ ਗਿਆ ਹੈ ਔਰ ਪ੍ਰਭੂ ਪ੍ਰੇਮ ਦੀ ਸਿਫਤ ਸਲਾਹ ਕੀਤੀ ਗਈ ਹੈ। ਬ੍ਰਹਿਮੰਡੀ ਭਾਈਚਾਰੇ ਦਾ ਬਿਆਨ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਕਊ ਪਇਓ ਮੁੰਡਿਆ ਸੰਨਿਆਸੀ, ਕਊ ਜੋਗੀ ਪਇਓ, ਕਊ ਬ੍ਰਹਮਚਾਰੀ, ਕਊ ਜਤੀ ਅਨੁਮਾਨਵੋ, ਹਿੰਦੂ ਤੁਰਕ ਕਊ ਰਾਫਜੀ ਇਮਾਮ ਸ਼ਾਫੀ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਹੋ, ਕਰਤਾ ਕਰੀਮ ਸੋਈ ਰਾਜ਼ਕ ਰਹੀਮ ओई, दूसरो ना भेद कोई भूल भरम मानवो, एक ही की सेव सब ही को गुरुदेव एक, एक ही स्वरूप सब एक है जोत जानवो। ਤਪਸਾ ਕਵਿਤ ਹੈ ਅਕਾਲ ਉਸਤਤ ਵਿੱਚ। ਔਰਤ ਦਾ ਸਤਿਕਾਰ ਤੇ ਆਚਰਣ ਦੀ ਜਿਹੜੀ ਦ੍ਰਿੜਤਾ ਹੈ ਉਹ ਚਰਿਤਰੋਪਖਿਆਨ ਦੇ ਇੱਕ ਛੰਦ ਵਿੱਚ ਹੈ
निज नारी के साथ नेहो तुम नित वडइयो, पर नारी की सेज भूल सुपने न जइयो। अकाल उस्तत पूरी परमात्मा की उस्तत नाल भरपूर है। रागमई बाणी संगीतक ठहरा ਅਤੇ प्रेम विछोड़े ਦੇ ਭਾਵ ਵੀ ਬਿਆਨਦੀ ਹੈ। बड़ा प्रसिद्ध शब्द ਆਪਾਂ ਸਾਰੇ ਜਾਣਦੇ ਹਾਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸੰਸਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਖਿਆਲ ਪਾਤਸ਼ਾਹੀ ਦਸਵੀਂ। ਗੁਰੂ ਗੋਬਿੰਦ ਸਿੰਘ ਜੀ ਕਿਸ ਤਰ੍ਹਾਂ ਦੇ ਸੰਨਿਆਸ ਦੀ ਵਕਾਲਤ ਕਰਦੇ ਨੇ, ਕਿਸ ਤਰ੍ਹਾਂ ਦਾ ਸੰਨਿਆਸ ਚਾਹੁੰਦੇ ਨੇ ਉਹ। ਰੇ ਮਨ ਐਸੋ ਕਰ ਸੰਨਿਆਸਾ, बन से सदन सवै कर समझो, मन ही माहे उदासा। रहो जत की जटा जोग को मज्जन, नेम के नखन बढ़ायो, ज्ञान गुरु आत्म उपदेशो, नाम विभूत लगायो। अल्प आहार सुल्प सी निंद्रा, दया क्षमा तन प्रीत, सील संतोख सदा निर्वहवो, वैभो त्रिगुण अतीत। काम क्रोध हंकार लोभ हठ मोह न मन स्यों लियावै, तब ही आत्म तत्व को दर्शे, परम पुरख कह पावै। राग रामकली पातशाही दसवीं शब्द हजारे विचों है। जफरनामा विच प्रभु की उस्तत औरंगजेब के गुणों का जिक्र, ये गल बड़ी इंपॉर्टेंट है। दुश्मन के भी गुणों का जिक्र किया गया। सांझ करी जय गुणे केरी छूट अवगुण चलीए। उसके इस्लाम धर्म तो डिगण का जिक्र, चढ़ती कला का प्रगटावा, अखीर ते तलवार की वरतों जायज होने की गल की है। चूकार अजहमा हील ते दरगजस्त, हलाल अस्तबुरदन बशमशीर दस्त। पर पहला सारे शांतमई उपाय वरतन की ताकीद है। अहीला हथियार है तलवार। सो ये दसम ग्रंथ विचों कुछ झलकियां सन। हुण इस तो बाद है गुरु गोबिंद सिंह के 52 हुक्मनाम। सिख पंथ विच बहुत ही सत्कार प्राप्त गुरु जी के 52 वचन हैं जिहड़े उन्होंने नांदेड़ तो जारी किए। असीं इन्हां विचों सिर्फ उन्हां दा ही जिक्र कर रहे हैं जिहड़े उन्हां दी दरवेश तबीयत नूं संत रूप झलकी है जिन्होंने विच नजर आती है। किरत धर्म की करनी, सेवा रुचि नाल सिख सेवक की करनी, पर इस्त्री मां भैन धी करके जाननी, सतगुरु श्री गुरु ग्रंथ साहब जी नूं मनना, मत उच्ची अते सुची रखनी, दूसरे मतां दे पुस्तक विद्या पढ़नी, बचन कौड़ा नहीं कहना जिस नाल किसी दा हिरदा दुखदा होवे, अतिथि लोड़वंद प्रदेशी दुखी अपंग मनुख मात्र की यथासक सेवा करनी, बचन करके पालना, शुभ कर्मन ते कदे ना टरना। ये 52 हुक्मनामिਆਂ ਦੇ ਵਿੱਚੋਂ ਕੁਝ ਹੁਕਮਨਾਮੇ ਕੁਝ ਵਚਨ ਨੇੜੇ ਉਹ ਸਨ ਜਿਨ੍ਹਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਸੰਤ ਤੇ ਦਰਵੇਸ਼ ਰੂਪ ਦੇ ਜਿਹੜੀ ਝਲਕਾਰੇ ਨੇ ਉਹ ਕਹਿੰਦੇ ਨੇ। ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਬਾਰੇ ਦੋ ਭੁਲੇਖੇ ਗੁਰੂ ਗੋਬਿੰਦ ਸਿੰਘ ਜੀ ਨਾਲ ਤੇ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਕੁਝ ਲੋਕਾਂ ਦੇ ਵਿੱਚ, ਉਹ ਅਸੀਂ ਜ਼ਿਕਰ ਜ਼ਰੂਰ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਬਾਰੇ ਦੋ ਭੁਲੇਖੇ ਸੰਗਤ ਵਿੱਚ ਹਨ ਜਿਨ੍ਹਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ। ਪਹਿਲਾ ਭੁਲੇਖਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਜੀ ਤੋਂ ਇੱਕ ਪ੍ਰਸ਼ਨ ਪੁੱਛਿਆ ਜਿਹੜਾ ਸ਼ਲੋਕ ਮਹਿਲਾ 9ਵਾਂ ਵਿੱਚ ਦਰਜ ਹੈ। ਬਲ ਛੁਟ ਕੇ ਉਹ ਬੰਧਨ ਪਰੈ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਈ। ਕਿਹਾ ਜਾਂਦਾ ਹੈ ਕਿ ਇਸ ਤੋਂ ਅਗਲਾ ਸ਼ਲੋਕ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤਾ ਹੋਇਆ ਜਵਾਬ ਹੈ। ਕੁਝ ਵਿਦਵਾਨ ਤਾਂ ਇਸ ਜਵਾਬ ਨੂੰ ਗੁਰਗੱਦੀ ਦੇਣ ਦੇ ਮਾਪਦੰਡ ਦੇ ਤੌਰ ਤੇ ਵੀ ਕਹਿਣ ਤੋਂ ਸੰਕੋਚ ਨਹੀਂ ਕਰਦੇ। ਦੂਸਰਾ ਸ਼ਲੋਕ ਹੈ बल हुआ बंधन छुटे, सब किश होत उपाए, नानक सब किश तुमरे हाथ में, तुम ही होत सहाय। पर साडा विचार है कि ये दोवें श्लोक गुरु तेग बहादुर जी अपने ही लिखे हुए हैं। आप ही सवाल करके उसका जवाब लिखना, ये तरीका गुरु ग्रंथ साहिब विच होर भी बहुत थावां ते होर गुरु साहिबान अते होर बाणीकारां वल्लों भी वरतिया गया है। जे आपां शुरू की गल करिए, जपजी साहिब विच ही गुरु नानक देव जी ने आप ही सवाल किया है कि सचेरा होइए कि कूड़ा टुटे पाल, तो आप ही उसका जवाब दिता है हुक्म रजाई चलना नानक लिखे नाल। सो इस तरह होर भी बहुत सारे थावां ते असीं गुरबाणी विचों हवाले लभ सकते हैं। एक होर पहला पक्ष है, असीं गुरु ग्रंथ साहिब लिखत गुरु ग्रंथ साहिब विच ना होण दे दो होर वड्डे कारण, क्योंकि कई विद्वान इस गल ते किंतु करते हैं कि गुरु गोबिंद सिंह की लिखत भी बाणी विच है, वो भावें इस श्लोक नूं, क्योंकि जिहड़ियां पुरातन हत्थ लिखत बीड़ां ने उस विचों कोई एक बीड़ अजिही भी है जिस दे विच इस श्लोक दे नाल महला 10वां शब्द लिखिया होया, वो किसी भी गलती नाल जां किसी कारण हो सकती है। तो मैं दो कारण ने जिहड़े महसूस करदा जिहदे कारण असीं ये कह सकते हैं कि गुरु गोबिंद सिंह की रचना गुरु ग्रंथ साहिब विच नहीं। पहला कारण ये है
ਕਿ ਗੁਰੂ ਗੋਬਿੰਦ ਸਿੰਘ ਦੀ ਲਿਖਤ ਜੇ ਉਹ ਸੱਚਮੁੱਚ ਹੀ ਉਹਨਾਂ ਦੀ ਹੈ, ਇਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਦਾ ਅੰਦਾਜ਼ ਤੇ ਸ਼ੈਲੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖਰੀ ਹੈ। ਦੂਸਰਾ ਬਹੁਤ ਹੀ ਮਹੱਤਵਪੂਰਨ ਪੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਹੀ ਲਿਖਤ ਨੂੰ ਗੁਰੂ ਆਖ ਕੇ ਸੀਸ ਨਹੀਂ ਸੀ ਨਿਵਾ ਸਕਦੇ। ਸੋ ਇਹ ਸਪਸ਼ਟ ਹੈ ਕਿ ਦੋਵੇਂ ਸਰੋਤ ਗੁਰੂ ਤੇਗ ਬਹਾਦਰ ਦੇ ਆਪਣੇ ਹੀ ਲਿਖੇ ਹੋਏ ਹਨ, ਨਾ ਕਿ ਗੁਰੂ ਗੋਬਿੰਦ ਸਿੰਘ ਦੇ। ਇੱਕ ਦੂਸਰਾ ਭੁਲੇਖਾ ਪ੍ਰਚਲਿਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦੇ ਸ਼ਬਦ ਵਿੱਚ ਆਇਆ ਹੋਇਆ ਸ਼ਬਦ ਖਲਾਸੇ ਨੂੰ ਬਦਲ ਕੇ ਖਾਲਸੇ ਕੀਤਾ। ਉਹ ਸ਼ਬਦ ਪੂਰਾ ਸ਼ਬਦ ਜਿਹੜਾ ਭਗਤ ਕਬੀਰ ਜੀ ਦਾ ਸੋਠ ਰਾਗ ਵਿੱਚ ਹੈ, ਮੈਂ ਉਹ ਸ਼ਬਦ ਜਿਹੜਾ ਪਹਿਲਾਂ ਪੜ੍ਹਦਾ। वेद पुराण सवै मत सुन कै करी कर्म की आसा, काल ग्रस्त सब लोग सियाने, उठ पंडित पै चले निरासा, मन रे सरयो न इकै काजा, भजो न रघुपत राजा। रहाओ। बनखंड जाई जोग तप कीनो, कंद मूल चुन खाया, नादी बेदी शब्दी मोनी जम के पटै लिखाया, भगत नारदी हृदय न आई, काश कूश तन दीना, राग रागनी डिंब होए बैठा, उन हर पै क्या लीना, परियो काल सवै जग उपर, माहे लिखे भरम ज्ञानी, कहो कबीर जन भये खालसे, प्रेम भगत तिह जानी। इस दा आखिरी जिहड़ी पंक्ति है, कहो कबीर जन भये खालसे, प्रेम भगत जिह जानी। कुछ विद्वान अजिहे भी ने, कुछ संगत अजिही है जिहड़ी महसूस करती है, ये प्रचलित है किते ना किते, कि गुरु गोबिंद सिंह ने जदों गुरु ग्रंथ साहिब जी नूं गुरु गद्दी दित्ती है, उस तो पहलां उन्हां ने इस शब्द विच जिहड़ा कबीर जी दा शब्द है, इत्थे आखिरी लाइन कहो कबीर जन भई खलासे सी, कहंदे गुरु गोबिंद सिंह जी ने उस नूं खलासे नूं शब्द नूं खालसे कर दित्ता। ये कुछ संगत विच ये गल प्रचलित है, पर साडा विचार है कि ये गल जिहड़ी ठीक नहीं हैगी। इस दे दो कारण जिहड़े मैं खोजे ने जिहड़े ਉਹ ਸਾਂਝੇ ਕਰਾਂਗੇ। ਪਹਿਲੀ ਗੱਲ, ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬ ਜਾਂ ਭਗਤਾਂ ਦੀ ਬਾਣੀ ਦਾ ਇੱਕ ਵੀ ਸ਼ਬਦ ਨਹੀਂ ਬਦਲਿਆ। ਹੋਰ ਤਾਂ ਹੋਰ, ਸੰਪਾਦਕੀ ਹੱਕ ਰੱਖਣ ਵਾਲੇ ਗੁਰੂ ਅਰਜਨ ਦੇਵ ਜੀ ਨੇ ਵੀ ਜਿੱਥੇ ਕਿਤੇ ਲੋੜ ਪਈ ਹੈ ਵੱਖਰਾ ਸ਼ਬਦ ਜਾਂ ਸ਼ਲੋਕ ਤਾਂ ਲਿਖ ਦਿੱਤਾ ਹੈ, ਪਰ ਮੂਲ ਸ਼ਬਦ ਨਹੀਂ ਭਰੇ। ਆਮ ਤੌਰ ਤੇ ਸੰਪਾਦਕ ਨੂੰ ਇਹ ਹੱਕ ਹੁੰਦਾ ਹੈ ਕਿ ਉਹ ਕਿਸੇ ਵੀ ਰਚਨਾ ਦੇ ਵਿੱਚੋਂ ਮਾੜੀ ਮੋਟੀ ਕੋਈ ਲਾਈਨ ਕੱਟ ਵੀ ਦਿੰਦਾ ਹੈ, ਕੋਈ ਸ਼ਬਦ ਬਦਲ ਵੀ ਦਿੰਦਾ ਹੈ, ਕਿਤੇ ਨਾ ਕਿਤੇ ਕੋਈ ਗੱਲ ਐਡ ਵੀ ਕਰ ਦਿੰਦਾ। ਇਹ ਸੰਪਾਦਕੀ ਹੱਕ ਹੈ, ਆਪਾਂ ਅੱਜ ਕੱਲ੍ਹ ਵੀ ਦੇਖਦੇ ਹਾਂ। ਲੇਕਿਨ ਗੁਰੂ ਅਰਜਨ ਦੇਵ ਜੀ ਨੇ ਵੀ ਅਜਿਹੀ ਬਿਲਕੁਲ ਨਹੀਂ ਗੱਲ ਕੀਤੀ, ਜਿੱਥੇ ਉਹਨਾਂ ਨੇ ਭਗਤ ਬਾਣੀ ਹੈ ਜਿਹੜੀ ਜਾਂ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਹੈ ਜਿਹੜੀ ਉਹ ਦਰਜ ਕੀਤੀ ਹੈ, ਜਿੱਥੇ ਕਿਤੇ ਉਹਨਾਂ ਨੂੰ ਕੋਈ ਗੱਲ ਲੱਗੀ ਹੈ ਕਿ ਇਸ ਦੀ ਜ਼ਿਆਦਾ ਵਿਆਖਿਆ ਕਰਨ ਦੀ ਲੋੜ ਹੈ, ਸਪਸ਼ਟ ਕਰਨ ਦੀ ਲੋੜ ਹੈ, ਉੱਥੇ ਉਹਨਾਂ ਨੇ ਜਾਂ ਬਾਕੀ ਗੁਰੂ ਸਾਹਿਬਾਨ ਨੇ ਆਪਣੇ ਵੱਲੋਂ ਨਾਲ ਅਲੱਗ ਤੌਰ ਤੇ ਸ਼ਬਦ ਜਾਂ ਸ਼ਲੋਕ ਦਿੱਤਾ। ਜਿਸ ਤਰ੍ਹਾਂ ਆਪਾਂ ਭਗਤ ਕਬੀਰ ਜੀ ਜਾਂ ਭਗਤ ਫਰੀਦ ਜੀ ਸ਼ਲੋਕਾਂ ਵਿੱਚ ਵੀ ਦੇਖਦੇ ਹਾਂ, ਹੋਰ ਵੀ ਕਈ ਜਗ੍ਹਾ ਤੇ ਇਸ ਤਰ੍ਹਾਂ ਦੀ ਇਹ ਟਿੱਪਣੀ ਹੈ ਗੁਰੂ ਸਾਹਿਬ ਵੱਲੋਂ ਕੀਤੀ ਗਈ ਹੈ, ਲੇਕਿਨ ਸ਼ਬਦ ਨੂੰ ਨਹੀਂ ਬਦਲਿਆ ਗਿਆ। ਔਰ ਦੂਸਰਾ ਬੜੀ ਵੱਡੀ ਸਾਡੇ ਕੋਲ ਦਲੀਲ ਹੈ, ਇਤਿਹਾਸ ਗਵਾਹ ਹੈ ਕਿ ਗੁਰੂ ਹਰਿਰਾਏ ਜੀ ਨੇ ਰਾਮ ਰਾਏ ਜੀ ਵੱਲੋਂ ਗੁਰਬਾਣੀ ਦਾ ਇੱਕ ਸ਼ਬਦ ਵੀ ਬਦਲਿਆ ਪ੍ਰਵਾਨ ਨਹੀਂ ਸੀ ਕੀਤਾ। ਆਪਾਂ ਸਾਰੇ ਜਾਣਦੇ ਹਾਂ ਰਾਮ ਰਾਏ ਜੀ ਨੇ ਮਿੱਟੀ ਮੁਸਲਮਾਨ ਕੀ ਸ਼ਬਦ ਨੂੰ ਮਿੱਟੀ ਬੇਈਮਾਨ ਕੀ ਕਰ ਦਿੱਤਾ ਸੀ, ਲੇਕਿਨ ਗੁਰੂ ਹਰਿਰਾਏ ਜੀ ਉਸ ਤੇ ਰਾਮ ਰਾਏ ਜੀ ਤੇ ਔਖੇ ਹੋਏ ਸੀਗੇ, ਨਾਰਾਜ਼ ਹੋਏ ਸੀਗੇ। ਸੋ ਜਦੋਂ ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਮਣੇ ਅਜਿਹਾ ਇਤਿਹਾਸ ਹੈ ਕਿ ਇੱਕ ਸ਼ਬਦ ਵੀ ਤਬਦੀਲ ਉਹਨਾਂ ਨੂੰ ਉਹ ਨਹੀਂ ਕੀਤਾ, ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਜਾਂ ਭਗਤਾਂ ਦੀ ਬਾਣੀ ਦਾ ਸ਼ਬਦ ਜਿਹੜਾ ਕਿਵੇਂ ਬਦਲ ਸਕਦੇ ਸੀ। ਸੋ ਇਸ ਤਰ੍ਹਾਂ ਭਗਤ ਕਬੀਰ ਜੀ ਦਾ ਇਹ ਸ਼ਬਦ ਜਿਹੜਾ ਉਹਨਾਂ ਦਾ ਆਪਣਾ ਹੀ ਹੈ, ਲੇਕਿਨ ਭਾਈ ਕਾਹਨ ਸਿੰਘ ਜੀ ਨੇ ਇਹ ਗੱਲ ਹੋਰ ਸਪਸ਼ਟ ਕੀਤੀ ਹੈ। ਭਾਈ ਕਾਹਨ ਸਿੰਘ ਜੀ ਨੇ ਉਚੇਚਾ ਫੁੱਟਨੋਟ ਦੇ ਕੇ ਸਪਸ਼ਟ ਕੀਤਾ ਹੈ। ਭਾਈ ਸਾਹਿਬ ਜੀ ਸ਼ਬਦ ਪੂਰੇ ਦੇ ਪੂਰੇ ਇਸ ਤਰ੍ਹਾਂ ਨੇ, ਕਈ ਅਣਜਾਣ ਲੇਖਕਾਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਖਲਾਸੇ ਦੀ ਥਾਂ ਖਾਲਸੇ ਸ਼ਬਦ ਵਰਤਿਆ ਹੈ, ਪਰ ਇਹ ਉਹਨਾਂ ਦੀ ਭੁੱਲ ਹੈ ਕਿ ਭਾਈ ਕਾਹਨ ਸਿੰਘ ਦੇ ਸ਼ਬਦ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਕਰਤਾਰਪੁਰ ਵਾਲੀ ਬੀੜ ਵਿੱਚ ਪੁਰਾਣੀ ਕਲਮ ਦਾ ਲਿਖਿਆ ਪਾਠ ਖਾਲਸੇ ਹੀ ਹੈ। ਭਾਈ ਕਾਹਨ ਸਿੰਘ ਨਾਭਾ ਜੀ ਨੇ ਗੱਲ ਸਪਸ਼ਟ ਕੀਤੀ ਹੈ। ਸੋ ਇਹ ਭੁਲੇਖੇ ਮਨ ਵਿੱਚੋਂ ਕੱਢ ਦੇਣੇ ਚਾਹੀਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਮੂਲ ਰੂਪ ਨੂੰ ਹੀ ਗੁਰੂ ਆਖਿਆ ਹੈ। ਉਹਨਾਂ ਨੇ ਤਾਂ ਸਿਰਫ ਗੁਰੂ ਤੇਗ ਬਹਾਦਰ ਦੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਸ਼ਾਮਿਲ ਕੀਤਾ ਹੈ, ਅਤੇ ਉਹ ਵੀ ਪਹਿਲਾਂ ਜੋ ਤਰਤੀਬ ਗੁਰੂ ਅਰਜਨ ਸਾਹਿਬ ਨੇ ਬਣਾਈ ਹੋਈ ਸੀ ਰਾਗ ਛੰਦ ਅਸ਼ਟਪਦੀਆਂ ਦੀ ਪੂਰੀ ਉਹੀ ਤਰਤੀਬ ਦੇ ਵਿੱਚ ਉਹਨਾਂ ਨੇ ਗੁਰੂ ਤੇਗ ਬਹਾਦਰ ਦੀ ਬਾਣੀ ਜਿਹੜੀ ਚੜਾਈ। ਸੋ ਗੁਰੂ ਗੋਬਿੰਦ ਸਿੰਘ ਦੇ ਦੋ ਨਿਰਾਲੇ ਕਦਮ, ਗੁਰੂ ਸਾਹਿਬ ਦੇ ਦੋ ਕਾਰਜ ਅਜਿਹੇ ਹਨ ਜਿਹੜੇ ਨਾ ਤਾਂ ਅੱਜ ਤੱਕ ਕੋਈ ਕਰ ਸਕਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਕੀਤੇ ਜਾਣ ਦੀ ਆਸ ਹੈ। ਪਹਿਲਾ, ਖਾਲਸਾ ਸਾਜਣਾ ਤੇ ਸਾਜੇ ਹੋਏ ਖਾਲਸੇ ਨੂੰ ਗੁਰੂ ਪੰਥ ਦਾ ਦਰਜਾ ਦੇਣਾ। ਖਾਲਸੇ ਦੀ ਸਾਜਣਾ ਇੱਕ ਬਹੁਤ ਵੱਡਾ ਅਤੇ ਇਨਕਲਾਬੀ ਕਦਮ, ਪੂਰਨ ਨਿਰਭਉ ਅਤੇ ਨਿਰਵੈਰ ਇਨਸਾਨ ਦੀ ਸਿਰਜਣਾ ਹੈ। ਵਾਧਾ ਇਹ ਕਿ ਗੁਰੂ ਸਾਹਿਬ ਖੁਦ ਖਾਲਸੇ ਅੱਗੇ ਖੰਡੇ ਦੀ ਪਹੁਲ ਲੈਣ ਲਈ ਅਰਜ਼ੋਈ ਕਰਦੇ ਨੇ। ਬਾਬਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਸੇ ਲਈ ਕਿਹਾ ਗਿਆ ਹੈ। ਇਸ ਅਵਸਥਾ ਤੇ ਸਿੱਖ, ਗੁਰੂ ਅਤੇ ਪ੍ਰਭੂ ਇੱਕਮਿਕ ਹੋ ਜਾਂਦੇ ਹਨ।
ਖਾਲਸੇ ਦੀ ਚੋਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ, ਵਾਲੇ ਮਾਪਦੰਡ ਅਨੁਸਾਰ ਸੀ, ਕਿਉਂਕਿ ਪ੍ਰੇਮ ਕੁਰਬਾਨੀ ਮੰਗਦਾ ਹੈ। ਗੁਰਬਾਣੀ ਤੋਂ ਕੁਰਬਾਨੀ ਦਾ ਸਫ਼ਰ ਹੀ ਸਫ਼ਰਨਾਮੇ ਤੋਂ ਜਫਰਨਾਮੇ ਦੀ ਯਾਤਰਾ। ਗੁਰੂ ਨਾਨਕ ਸਾਹਿਬ ਨੇ ਸਫ਼ਰਨਾਮੇ ਸਫ਼ਰ ਕੀਤੇ ਸੀ, ਸਫ਼ਰਨਾਮਾ ਲਿਖਿਆ ਸੀ, ਤੇ ਗੁਰੂ ਗੋਬਿੰਦ ਸਿੰਘ ਨੇ ਜਫਰਨਾਮਾ। ਸੋ ਖਾਲਸੇ ਨੂੰ ਦਿੱਤੀ ਗਈ ਰਹਿਤ ਮਰਿਆਦਾ ਅਤੇ ਜੀਵਨ ਜਾਚ ਇੱਕ ਨਿਰਭਉ ਅਤੇ ਨਿਰਵੈਰ ਇਨਸਾਨ ਬਣਾਉਂਦੀ ਹੈ, ਜੋ ਨਿਮਰਤਾ ਧਾਰਨ ਕਰਦਾ, ਨਾਮ ਜਪਦਾ ਹੋਇਆ, ਮਨੁੱਖਤਾ ਦੀ ਸੇਵਾ ਕਰਦਾ ਹੋਇਆ, ਸਵੈਮਾਨ ਕਾਇਮ ਰੱਖਦਾ ਹੋਇਆ, ਹੱਕ ਸੱਚ ਖਾਤਰ ਆਪਣਾ ਤਨ ਮਨ ਤੇ ਧਨ ਨਿਸ਼ਾਵਰ ਲਈ ਸਦਾ ਤਤਪਰ ਰਹਿੰਦਾ ਹੈ। ਇਹ ਪਹਿਲਾ ਨਿਰਾਲਾ ਕਦਮ ਸੀ ਗੁਰੂ ਗੋਬਿੰਦ ਸਿੰਘ ਦਾ। ਔਰ ਦੂਸਰਾ ਨਿਰਾਲਾ ਕਦਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪਣਾ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਹੁੱਕਾ ਗੁਰੂ ਨਾਨਕ ਦੇਵ ਜੀ ਨੇ ਲਗਾਇਆ ਸੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗਿਆਨ ਗੁਰੂ ਆਤਮ ਉਪਦੇਸ਼ੋ ਆ ਕੇ ਦੇਹਧਾਰੀ ਗੁਰੂ ਦੀ ਪ੍ਰਥਾ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਹੈ ਔਰ ਸ਼ਬਦ ਗੁਰੂ ਦੀ ਅਗਵਾਈ ਲੈਣ ਲਈ ਕਿਹਾ। ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਜਿਹੜਾ ਜ਼ਾਲਮ ਦੇ ਲੱਖ ਯਤਨ ਕਰਨ ਤੇ ਵੀ ਨਹੀਂ ਚੁੱਕਿਆ, ਉਹ ਸਿਰਫ ਤੇ ਸਿਰਫ ਦੋ ਥਾਵਾਂ ਤੇ ਹੀ ਚੁੱਕਿਆ। ਇੱਕ ਗੁਰੂ ਪੰਥ ਅੱਗੇ ਆਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਤੇ ਖੰਡੇ ਦੀ ਪਹਲ ਦੀ ਮੰਗ ਕਰਨ ਸਮੇਂ, ਔਰ ਦੂਸਰਾ ਹਜੂਰ ਸਾਹਿਬ ਨਾਂਦੇੜ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਸੌਂਪਣ ਸਮੇਂ। ਉਹ ਇਹਨਾਂ ਦੋ ਥਾਵਾਂ ਤੋਂ ਬਿਨਾਂ ਗੁਰੂ ਗੋਬਿੰਦ ਸਿੰਘ ਦਾ ਸੀਸ ਜਿਹੜਾ ਉਹ ਨਹੀਂ ਚੁੱਕਿਆ, ਇੱਕ ਗੁਰੂ ਗ੍ਰੰਥ ਅੱਗੇ ਤੇ ਇੱਕ ਗੁਰੂ ਪੰਥ ਅੱਗੇ। ਸੋ ਗ੍ਰੰਥ ਅਤੇ ਪੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਨੁੱਖਤਾ ਨੂੰ ਦਿੱਤਾ ਹੋਇਆ ਉਹ ਬੜਮੁੱਲਾ ਖਜ਼ਾਨਾ ਹੈ। ਗਿਆਨ ਨੂੰ ਗੁਰੂ ਬਾਣੀਕਾਰਾਂ ਨੇ ਵੀ ਆਖਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੀ ਰੱਖੀ ਹੋਈ ਨੀਂਹ ਤੇ ਉਸਾਰੀ ਮੁਕੰਮਲ ਕਰ ਦਿੱਤੀ ਹੈ। ਜਦੋਂ ਸੰਗਤ ਨੇ ਆਪ ਜੀ ਨੂੰ ਪੁੱਛਿਆ ਅਖੀਰਲੇ ਸਮੇਂ ਕਿ ਆਪ ਜੀ ਸਾਨੂੰ ਕਿਸ ਦੇ ਲੜ ਲਗਾ ਰਹੇ ਹੋ, ਤਾਂ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਸੀ ਕਿ अब मेरा जहरा रूप गुरु ग्रंथ साहब जी को जानना, जिसने मेरे से बात करनी हुई गुरु ग्रंथ साहब का पाठ करना मेरे से बात होगी। और ये भी फरमाया कि आत्मा ग्रंथ विच, शरीर पंथ विच, परचा शब्द का, दीदार खालसे का ते ओट अकाल दी रखनी। सो की आप जी नूं इस चोजी प्रीतम दी शख्सियत विचों एक दैवी अते रूहानीयत दे नूर दे झलकारे नहीं वजदे? की गुरु साहब दी रवाब अज भी तूही दा राग नहीं अलापदी सुनाई दिंदी? आओ इस संत महापुरुष तो प्रेम बैराग ਅਤੇ शांति सिखिए ਤੇ ਜਮੀ ਜਮਾ ਵਿਖੇ ਸਮਸਤ ਇੱਕ ਜੋਤ ਦੇ ਦਰਸ਼ਨ ਕਰੀਏ ਤੇ ਉਸ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਇਹ ਸੰਤ ਸਰਦਾਰ ਜਸਵਿੰਦਰ ਸਿੰਘ ਜਿਹੜੇ ਕਿ ਅੱਜ ਸਾਡੇ ਨਾਲ ਜੁੜੇ, ਔਰ ਉਹਨਾਂ ਨੇ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਰੂਹਾਨੀ, ਸਕॉलरली ਔਰ ਇੱਕ ਉਹਨਾਂ ਦੀ ਯੂਨੀਕ ਸ਼ਖਸੀਅਤ ਹੈ, ਉਸ ਦੇ ਉੱਤੇ ਗੁਰਬਾਣੀ ਦੇ ਹਿਸਾਬ ਦੇ ਨਾਲ ਆਪਣੇ ਵਿਚਾਰ ਸੰਗਤ ਦੇ ਨਾਲ ਸਾਂਝੇ ਕੀਤੇ ਨੇ। ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ।